ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੈ, ਸੁਤ ਦਾ ਰਾਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਰੇ ਜਨ ਉਥਾਰੈ ਦਬਿਓ, ਸੁਤਿਆਂ ਗਈ ਵਿਹਾਏ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਰੇ ਜਨ ਉਥਾਰੈ ਦਬਿਓ, ਸੁਤਿਆਂ ਗਈ ਵਿਹਾਏ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਜਗਤ ਜਲੰਦਾ ਡਿਠ ਮੈਂ, ਹਉ ਮੈਂ ਦੂਜੈ ਪਾਏ। ਨਾਨਕ ਗੁਰ ਸਰਣਾਈ ਉਬਰੇ, ਸਚ ਮਨ ਸ਼ਬਦ ਧਿਆਏ। ਜਗਤ ਜਲੰਦਾ ਡਿਠ ਮੈਂ, ਹਉ ਮੈਂ ਦੂਜੈ ਪਾਏ। ਨਾਨਕ ਗੁਰ ਸਰਣਾਈ ਉਬਰੇ, ਸਚ ਮਨ ਸ਼ਬਦ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰ ਉੱਪਰ ਹਾਜ਼ਰੀਆਂ ਭਰ ਰਹੇ
ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਿਨਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਮੰਜੀ ਸਾਹਿਬ ਵਿਖੇ ਗੁਰਬਾਣੀ ਕਥਾ ਕੀਰਤਨ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੱਲਿਆਂ ਦੇ ਸ਼੍ਰੋਮਣੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਕਰਨ ਦਾ ਦਾਸ ਯਤਨ ਕਰੇ। ਆਪ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੋ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਰੇ ਜਨ ਉਥਾਰੈ ਦਬਿਓ, ਸੁਤਿਆਂ ਗਈ ਵਿਹਾਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਇਸ ਮਨੁੱਖ ਦੀ ਹਾਲਤ ਦੱਸਦੇ ਨੇ, ਜਿਹੜਾ ਮਨੁੱਖ ਮੋਹ ਰੂਪ ਉਥਾਰੇ ਦੇ ਥੱਲੇ ਦੱਬਿਆ ਹੋਇਆ ਹੈ। ਉਥਾਰਾ ਇੱਕ ਰੋਗ ਹੈ। ਜਦੋਂ ਸਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ, ਸਾਡਾ ਮਿਹਦਾ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਸਾਨੂੰ ਸੁੱਤਿਆਂ ਪਿਆਂ ਆਪਣੇ ਸਰੀਰ ਉੱਤੇ ਭਾਰ ਲੱਗਣ ਲੱਗ ਪੈਂਦਾ ਹੈ। ਔਰ ਕਈ ਵਾਰੀ ਤੇ ਮਨੁੱਖ ਬਰੜਾਉਣ ਵੀ ਲੱਗ ਪੈਂਦੇ ਨੇ, ਚੀਕਾਂ ਵੀ ਮਾਰਨ ਲੱਗ ਪੈਂਦੇ ਨੇ, ਸਰੀਰ ਹਿਲਦਾ ਨਹੀਂ ਹੈ, ਬਾਹਾਂ ਹਿਲਦੀਆਂ ਨਹੀਂ ਹੈ। ਇਹ ਮਾਨਸਿਕ ਰੋਗ ਹੈ ਤੇ ਮਿਹਦੇ ਦੀ ਬਿਮਾਰੀ ਹੈ। ਕਈ ਸੱਜਣ ਇਹਨੂੰ ਫਿਰ ਪਖੰਡ ਦੇ ਵਿੱਚ ਲੈ ਜਾਂਦੇ ਨੇ ਤੇ ਸਿਆਣਿਆਂ ਕੋਲ ਜਾਂਦੇ ਨੇ। ਸਿਆਣੇ ਸਮਝਦੇ ਨਾ ਤੁਸੀਂ, ਜਿਹੜੇ ਪੁੱਛਣਾ ਦਿੰਦੇ ਨੇ ਵੀ ਤੇਰੇ ਤੇ ਫਲਾਣੇ ਫੱਕਰ ਦਾ ਪਹਿਰਾ ਵਾ, ਉਹ ਤੇਰੀ ਛਾਤੀ ਤੇ ਚੜ੍ਹਦਾ ਵਾ ਤਾਂ ਤੇਰੇ ਤੇ ਭਾਰ ਪੈਂਦਾ ਹੈ, ਤੇਰੇ ਉੱਤੇ ਫਲਾਨੀ ਰੂਹ ਦਾ ਭਾਰ ਆਉਂਦਾ ਹੈ। ਪਰ ਵਿਦਵਾਨਾਂ ਦੀ ਖੋਜ ਮੁਤਾਬਕ ਇਹ ਮਿਹਦੇ ਦਾ ਰੋਗ ਹੈ, ਜਿਸ ਕਰਕੇ ਸਰੀਰ ਉੱਤੇ ਭਾਰ ਪੈਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਇਹਨੂੰ ਦ੍ਰਿਸ਼ਟਾਂਤ ਬਣਾ ਕੇ ਬੜਾ ਸੁੰਦਰ ਦੱਸਦੇ ਨੇ ਕਿ ਇਹ ਜਿਹੜਾ ਮਨੁੱਖ ਹੈ, ਇਹ ਮੋਹ ਰੂਪੀ ਉਥਾਰੇ ਥੱਲੇ ਦੱਬਿਆ ਹੋਇਆ ਹੈ, ਮੋਹ ਰੂਪੀ ਭਾਰ ਥੱਲੇ ਦੱਬਿਆ ਹੋਇਆ। ਸਾਰੀ ਉਮਰ ਇਸ ਦੀ ਮੋਹ ਦੇ ਵਿੱਚ ਹੀ ਲੰਘ ਜਾਂਦੀ ਹੈ, ਸੰਸਾਰ ਦੇ ਕਾਰ ਕਰਦਿਆਂ ਲੰਘ ਜਾਂਦੀ ਹੈ ਤੇ ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆਂ ਇਹਦੀ ਉਮਰ ਬਤੀਤ ਹੋ ਜਾਂਦੀ। ਸੁੱਤਿਆਂ ਗਈ ਵਿਹਾਏ। ਗੁਰਬਾਣੀ ਇਸ ਗੱਲ ਉੱਤੇ ਬਹੁਤ ਜ਼ੋਰ ਦਿੰਦੀ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਸੁੰਦਰ ਸ਼ਬਦ ਹੈ ਕਿ ਜੈਸੇ ਘਰ ਲਾਗੇ ਆਗ, ਜਾਗ ਕੂਆ ਖੋਦਿਓ, ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਜੈਸੇ ਤੋ ਸੰਗਰਾਮ ਸਮੇਂ ਸਿੱਖਿਓ, ਚਾਹੇ ਵੀਰ ਵਿਦਿਆ, ਅਨੇਥਾ ਉਦਮ ਜੈਤ ਪਦਵੀ ਨਾ ਪਾਈਏ। ਜੈਸੇ ਨਿਸ ਸੋਵਤ ਸੰਗਾਤੀ ਚਲੇ, ਜਾਤ ਪਾਛੇ ਭੋਰ ਪਏ, ਭਾਰ ਬਾਂਧ ਚਲੇ ਕਤ ਜਾਈਏ। ਤੈਸੇ ਮਾਇਆ ਅੰਧ ਤੰਦ ਤੋ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਜਿਵੇਂ ਘਰ ਨੂੰ ਅੱਗ ਲੱਗ ਜਾਵੇ ਤਾਂ ਚਾਹੀਦਾ ਤੇ ਇਹ ਸੀ ਕਿ ਪਹਿਲਾਂ ਹੀ ਪ੍ਰਬੰਧ ਕਰਦਾ, ਪਰ ਅੱਗ ਲੱਗਣ ਤੋਂ ਬਾਅਦ ਪ੍ਰਬੰਧ ਕੀਤਾ ਉਹ ਕੀ, ਜੇ ਖੂਹ ਪੁੱਟਣਾ ਚਾਹਵੇ ਤੇ ਹੁਣ ਕਿਸੇ ਕੰਮ ਨਹੀਂ ਆਉਣਾ। ਚਾਹੀਦੀ ਸੀ ਪਹਿਲਾਂ ਹੀ ਵੀਰ ਵਿਦਿਆ ਸਿੱਖਣੀ, ਸ਼ਸਤਰ ਵਿਦਿਆ ਸਿੱਖਣੀ,
ਪਰ ਹੁਣ ਜਦੋਂ ਸਿਰ ਤੇ ਦੁਸ਼ਮਣ ਆਣ ਕੇ ਬਹਿ ਗਿਆ ਹੈ, ਉਹ ਮਾਰਨ ਵਾਸਤੇ ਤਿਆਰ ਹੈ, ਇਹ ਕਵੇ ਕਿ ਮੈਨੂੰ ਤੂੰ ਟਾਈਮ ਦੇ, ਮੈਂ ਹੁਣ ਗੱਤਕੇਬਾਜ਼ੀ ਸਿੱਖ ਲਾਂ, ਪਟੇਬਾਜ਼ੀ ਸਿੱਖ ਲਾਂ, ਤਾਂ ਕਹਿੰਦੇ ਹੁਣ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਇੱਦਾਂ ਭਾਈ ਸਾਹਿਬ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਨੇ ਚਾਹੀਦਾ ਸੀ ਕਿ ਮਰਨ ਤੋਂ ਪਹਿਲਾਂ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਸਵਾਸ ਸੀ, ਵਾਹਿਗੁਰੂ ਜੀ ਦਾ ਸਿਮਰਨ ਕਰਦਾ, ਪਰਉਪਕਾਰ ਕਰਦਾ, ਸਤ ਸੰਗਤ ਕਰਦਾ, ਪਰ ਉਹ ਤੇ ਕੀਤੀ ਨਹੀਂ। ਉਮਰ ਤੇ ਇਸੇ ਤਰ੍ਹਾਂ ਹੀ ਲੰਘਾ ਦਿੱਤੀ। ਹੁਣ ਜਦੋਂ ਮੌਤ ਸਿਰ ਤੇ ਆਣ ਕੇ ਖਲੋ ਗਈ ਹੈ ਵੀ ਚੱਲ, ਤੇ ਮੌਤ ਨੂੰ ਕਵੇ ਕਿ ਮੈਨੂੰ ਕੁਝ ਟਾਈਮ ਦਿਓ, ਮੈਂ ਹੁਣ ਬੰਦਗੀ ਕਰ ਲਾਂ, ਭਗਤੀ ਕਰ ਲਾਂ, ਤਾਂ ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ ਹੈ। ਤਾਂ ਅਗਿਆਨਤਾ ਦੇ ਵਿੱਚ ਬੰਦੇ ਦੀ ਜਿਹੜੀ ਉਮਰ ਹੈ, ਬੇਸਮਝ ਪੁਣੇ ਵਿੱਚ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਲੰਘ ਜਾਂਦੀ ਹੈ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ, ਸਿੱਖਿਆ ਸੁਣ ਕੇ ਇਸ ਨੂੰ ਜਾਗਣਾ ਚਾਹੀਦਾ ਸੀ। ਭਾਵ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਸੀ, ਪਰਉਪਕਾਰ ਕਰਨਾ ਚਾਹੀਦਾ ਸੀ, ਦਾਨ ਪੁੰਨ ਕਰਨਾ ਚਾਹੀਦਾ ਸੀ, ਭਲਾ ਕਰਨਾ ਚਾਹੀਦਾ ਸੀ। ਪਰ ਗੁਰੂ ਦੀ ਸਿੱਖਿਆ ਸੁਣ ਕੇ ਇਹਦੇ ਉੱਤੇ ਬਿਲਕੁਲ ਅਸਰ ਨਹੀਂ ਹੋਇਆ। ਰੁਪਈਏ ਜਿੰਨਾ ਵੀ ਇਹਦੇ ਤੇ ਅਸਰ ਨਹੀਂ ਪਿਆ ਕਿ ਗੁਰਬਾਣੀ ਕੀ ਕਹਿੰਦੀ ਹੈ, ਸਗੋਂ ਮਖੌਲ ਕਰ ਛੱਡਿਆ, ਠੱਠਾ ਕਰ ਛੱਡਿਆ, ਕੁਤਰਕਾਂ ਕਰ ਛੱਡੀਆਂ। ਤਰਕਾਂ ਵੀ ਨਹੀਂ, ਕੁਤਰਕਾਂ ਕਰ ਛੱਡੀਆਂ। ਗੁਰੂ ਦੇ ਉਪਦੇਸ਼ ਦਾ ਬਿਲਕੁਲ ਅਸਰ ਨਹੀਂ ਹੋਇਆ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗੇ, ਅੰਤਰ ਨਾ ਉਪਜਿਓ ਚਾਓ। ਭਗਤੀ ਕਰਨ ਦਾ ਚਾਅ ਨਹੀਂ ਪੈਦਾ ਹੋਇਆ, ਗੁਰਦੁਆਰੇ ਜਾਣ ਦਾ ਚਾਅ ਹੀ ਨਹੀਂ ਪੈਦਾ ਹੋਇਆ, ਅੰਮ੍ਰਿਤ ਛਕਣ ਦਾ ਚਾਅ ਹੀ ਨਹੀਂ ਪੈਦਾ ਹੋਇਆ। ਸਾਰੀ ਉਮਰ ਇਸੇ ਤਰ੍ਹਾਂ ਹੀ ਇਸ ਸੱਜਣ ਦੀ ਲੰਘ ਗਈ। ਇੱਕ ਸੱਜਣ ਨਾਮ ਜਪਣ ਵਾਲਿਆਂ ਨੂੰ ਨਾ ਬੜਾ ਕਿੰਤੂ ਪ੍ਰੰਤੂ ਕਰਦਾ ਹੈ। ਉਹਨੇ ਇੱਕ ਸ਼ਲੋਕ ਚੇਤੇ ਕਰ ਲਿਆ, ਆਪ ਜੀ ਨੇ ਵੀ ਸੁਣਿਆ ਹੋਊਗਾ ਵੀ ਮਾਲਾ ਫਿਰਤੀ ਹਾਥ ਮੈਂ, ਜੀਭ ਫਿਰੇ ਮੁਖ ਮਾਹੇ, ਠੌਰ ਠੌਰ ਮਨੁਆ ਫਿਰੇ ਯਹ ਤੋ ਸਿਮਰਨ ਨਾ ਹੈ। ਵੀ ਮਾਲਾ ਜਿਹੜੀ ਹੈ ਉਹ ਹੱਥ 'ਚ ਫਿਰਦੀ ਹੈ। ਹੁਣ ਜਿੱਦਾਂ ਮਾਲਾ ਘੁੰਮੀ ਜਾਂਦੀ ਹੈ ਨਾ, ਘੁੰਮੀ ਜਾਂਦੀ ਹੈ, ਇਸੇ ਤਰ੍ਹਾਂ ਜ਼ੁਬਾਨ ਘੁੰਮੀ ਜਾਂਦੀ ਹੈ, ਇਸੇ ਤਰ੍ਹਾਂ ਮਨ ਘੁੰਮੀ ਜਾਂਦਾ ਹੈ। ਇਹ ਤਾਂ ਸਿਮਰਨ ਨਹੀਂ ਨਾ। ਹੁਣ ਇਹ ਗੱਲ ਤੇ ਬਹੁਤ ਸੋਹਣੀ ਆ, ਪਰ ਇੱਥੇ ਉਹਨਾਂ ਆਖਿਆ ਵੀ ਇਹ ਸਿਮਰਨ ਨਹੀਂ ਆ। ਇੱਥੇ ਉਹਨਾਂ ਨੇ ਇਹ ਨਹੀਂ ਆਖਿਆ ਵੀ ਇਹ ਨਾਮ ਜਪ ਨਹੀਂ ਆ। ਇੱਥੇ ਸਿਰਫ ਇੰਨਾ ਕਿਹਾ ਵੀ ਸਿਮਰਨ ਨਹੀਂ। ਸਿਮਰਨ ਤੇ ਨਾਮ ਜਪ ਦੇ ਵਿੱਚ ਫਰਕ ਹੁੰਦਾ ਹੈ। ਨਾਮ ਜਪ ਹੁੰਦਾ ਜਿਹੜਾ ਤੁਸੀਂ ਜ਼ੁਬਾਨ ਦੇ ਨਾਲ ਕਰੀ ਜਾਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿਮਰਨ ਉਹ ਹੁੰਦਾ ਜਦੋਂ ਮਨ ਵੀ ਟਿਕ ਜੇ। ਇੰਨਾ ਕੁ ਫਰਕ ਹੁੰਦਾ ਹੈ ਨਾਮ ਜਪ ਤੇ ਸਿਮਰਨ ਦੇ ਵਿੱਚ। ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਉਹਨਾਂ ਦੀ ਘਟਨਾ ਮੈਨੂੰ ਯਾਦ ਆ ਗਈ। ਨਾਮ ਜਪ ਤੇ ਸਿਮਰਨ, ਉਹ ਜਦੋਂ ਆਰਮੀ ਦੇ ਵਿੱਚੋਂ ਉਹਨਾਂ ਨੇ ਆਪਣੀ ਨੌਕਰੀ ਛੱਡੀ ਤਾਂ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ। ਵਰਾਗ ਦੀ ਸੱਟ ਵੱਜੀ। ਪਿਤਾ ਨਾਲ ਪਿਆਰ ਬੜਾ ਸੀ, ਮੋਹ ਬੜਾ ਸੀ, ਤਾਂ ਉਹ ਵਰਾਗ ਦੀ ਸੱਟ ਵੱਜੀ ਕਿ ਇਹ ਦੁਨੀਆ 4 ਦਿਨਾਂ ਦਾ ਮੇਲਾ ਹੈ। ਫਰੀਦਾ ਕਿੱਥੇ ਤੈਂਡੇ ਮਾਪਿਓ, ਜਿੰਨੀ ਤੂੰ ਜਣਿਓ। ਐਸੀ ਸੱਟ ਵੱਜੀ ਕਿ ਘਰੇ ਨਹੀਂ ਗਏ। ਚਿੱਠੀ ਪੜ੍ਹਦਿਆਂ ਵਰਾਗ ਹੋ ਗਿਆ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਚਲੇ ਗਏ। ਉੱਥੇ ਤਕਰੀਬਨ 1 ਲੱਖ ਪਾਠ ਜਪਜੀ ਸਾਹਿਬ ਦਾ ਕੀਤਾ। ਸ਼ਾਇਦ ਗੁਰੂ ਘਰ ਦਾ ਨਾਮ ਹੈ ਨਗੀਨਾ ਘਾਟ।
ਤੇ 25,000 ਪਾਠ ਜਪਜੀ ਸਾਹਿਬ ਦਾ ਗੁਰਦੁਆਰਾ ਸ਼ਿਕਾਰ ਘਾਟ ਇਧਰ ਵਾਲੇ ਗੁਰੂ ਘਰਾਂ ਵਿੱਚ ਕੀਤਾ। ਹੁਣ ਜਦੋਂ ਉਹ ਸਿਮਰਨ ਕਰਨ ਤਾਂ ਸਿਮਰਨ ਕਰਦਿਆਂ ਉਹਨਾਂ ਦਾ ਧਿਆਨ ਨਾ ਵਾਰੀ-ਵਾਰੀ ਝਾੜੀਆਂ ਵੱਲ ਜਾਵੇ। ਗੋਦਾਵਰੀ ਦਾ ਕੰਢਾ ਝਾੜੀਆਂ, 15 ਕੁ ਦਿਨੀ ਫੇਰ ਧਿਆਨ ਉਹਨਾਂ ਦਾ ਝਾੜੀਆਂ ਵੱਲ ਜਾਵੇ। ਅਖੀਰ ਗੱਲ ਕੀ ਸੀ ਕਿ ਜਦੋਂ ਉਹ ਤੁਰੇ ਨਾ ਉੱਥੋਂ ਆਰਮੀ ਚੋਂ, ਉਹਨਾਂ ਦੇ ਕਿਸੇ ਨਾਲ ਦੇ ਸੱਜਣ ਨੇ ਉਹਨਾਂ ਨੂੰ ਕੁਝ ਰੁਪਈਏ ਦਿੱਤੇ, ਆ ਲੈ ਜਾਓ, ਰਸਤੇ ਵਿੱਚ ਕੰਮ ਆਉਣਗੇ, ਪੈਸਾ ਚੰਗਾ ਹੁੰਦਾ। ਕਿਉਂ ਮਾਇਆ ਕੀ ਆ, ਗੁਜ਼ਰਾਨ, ਇਹ ਕੰਮ ਆਵੇਗੀ। ਉਹਨੂੰ ਕੱਪੜੇ 'ਚ ਵਲੇਟ ਕੇ ਤੇ ਝਾੜੀਆਂ 'ਚ ਰੱਖਤਾ ਵੀ ਕਿਤੇ ਲੋੜ ਪਊਗੀ ਤੇ ਵਰਤ ਲਾਂਗੇ। ਸਰੀਰ ਢਿੱਲਾ ਹੋ ਜਾਂਦਾ ਹੈ, ਮੱਠਾ ਹੋ ਜਾਂਦਾ ਹੈ, ਹੋਰ ਬੜੀਆਂ ਲੋੜਾਂ ਨੇ ਸਰੀਰ ਦੀਆਂ। ਪਰ ਜਦੋਂ ਹੁਣ ਪਾਠ ਕਰਨ ਬਹਿਣ ਤੇ ਮਨ ਮੁੜ ਮੁੜ ਕੇ ਝਾੜੀਆਂ ਵੱਲ ਜਾਵੇ, ਕਿਸੇ ਨੇ ਕੱਢ ਨਾ ਲਏ ਹੋਣ, ਕਿਸੇ ਨੇ ਚੁੱਕ ਨਾ ਲਏ ਹੋਣ, 10-15 ਦਿਨੀ ਫੇਰ ਉਧਰ ਨੂੰ। ਅਖੀਰ ਇੱਕ ਦਿਨ ਫੈਸਲਾ ਕਰ ਲਿਆ ਕਿ ਇਦਾਂ ਤੇ ਭਗਤੀ ਨਹੀਂ ਹੋਣੀ। ਉਹ ਚੁੱਕ ਕੇ ਪੈਸੇ ਜਿਹੜੇ ਸੀ ਗੋਦਾਵਰੀ 'ਚ ਵਗਾ ਮਾਰੇ ਸਾਰੇ, ਤੇ ਹੱਸ ਕੇ ਕਹਿਣ ਲੱਗੇ ਸਿਆਪਾ ਨਿਬੜਿਆ। ਤੇ ਫਿਰ ਚੌਂਕੜਾ ਮਾਰ ਕੇ ਜਪਜੀ ਸਾਹਿਬ ਦੇ ਅਭਿਆਸ 'ਚ ਬਹਿ ਗਏ। ਸਿਮਰਨ ਕੀ ਹੈ? ਜਦੋਂ ਸਾਡਾ ਮਨ ਬਿਲਕੁਲ ਦੌੜਨੋਂ ਹਟ ਜਾਵੇ। ਨਾਮ ਜਪ ਕੀ ਹੈ? ਮਨ ਭਾਵੇਂ ਆਸੇ-ਪਾਸੇ ਭੱਜਾ ਫਿਰਦਾ ਹੈ, ਪਰ ਜਿਹੜੀ ਜ਼ੁਬਾਨ ਵਾਹਿਗੁਰੂ ਵਾਹਿਗੁਰੂ ਕਰਦੀ, ਉਹ ਨਿਸਫਲ ਥੋੜ੍ਹੀ ਜਾਂਦੀ ਹੈ, ਉਹ ਵਿਅਰਥ ਥੋੜ੍ਹੀ ਜਾਂਦੀ ਹੈ। ਤਾਂ ਸਾਡੇ ਕੋਲੇ ਬੜੀਆਂ ਦਲੀਲਾਂ ਨੇ ਜਿਹੜੀਆਂ ਸਾਨੂੰ ਵਾਹਿਗੁਰੂ ਜੀ ਵੱਲੋਂ ਤੋੜ ਦਿੰਦੀਆਂ। ਹਾਲਾਂਕਿ ਇਸ ਸ਼ਲੋਕ ਦੇ ਵਿੱਚ ਕਿਹਾ ਵੀ ਸਿਮਰਨ ਨਹੀਂ ਆ, ਪਰ ਇਹ ਕਿਤੇ ਨਹੀਂ ਕਿਹਾ ਵੀ ਨਾਮ ਜਪ ਨਹੀਂ ਆ। ਇਹ ਕਿਤੇ ਨਹੀਂ ਕਿਹਾ ਵੀ ਤੇਰੀ ਜ਼ੁਬਾਨ ਸਫਲੀ ਨਹੀਂ ਹੁੰਦੀ। ਵਾਹਿਗੁਰੂ ਵਾਹਿਗੁਰੂ ਕਿਹਾ ਤੇਰੀ ਜ਼ੁਬਾਨ ਤੇ ਸਫਲੀ ਹੁੰਦੀ ਆ, ਭਾਵੇਂ ਮਨ ਟਿਕੇ ਨਾ ਟਿਕੇ, ਇਹ ਤਾਂ ਵੱਖਰੀ ਗੱਲ ਹੈ। ਗਰੁੜ ਪੁਰਾਣ ਦੇ ਵਿੱਚ ਇੱਕ ਬੜਾ ਸੋਹਣਾ ਨਾ ਸੰਸਕ੍ਰਿਤ 'ਚ ਸ਼ਲੋਕ ਆਉਂਦਾ ਹੈ ਵੀ ਪਰਮਾਤਮਾ ਦਾ ਨਾਮ ਅੱਗ ਹੈ। ਅੱਗ ਨੂੰ ਤੁਸੀਂ ਜਿਹੜੇ ਮਰਜ਼ੀ ਪਾਸਿਓਂ ਹੱਥ ਪਾਓ, ਭਾਵੇਂ ਅੱਗ ਨੂੰ ਤੁਸੀਂ ਪਿਆਰ ਨਾਲ ਹੱਥ ਪਾਓ, ਭਾਵੇਂ ਅੱਗ ਨੂੰ ਤੁਸੀਂ ਗੁੱਸੇ ਹੋ ਕੇ ਹੱਥ ਪਾਓ, ਭਾਵੇਂ ਅੱਗ ਨੂੰ ਤੁਸੀਂ ਮਜਬੂਰ ਹੋ ਕੇ ਹੱਥ ਪਾਓ, ਅੱਗ ਦਾ ਕੰਮ ਕੀ ਹੈ? ਸਾੜਨਾ ਹੀ ਸਾੜਨਾ ਹੈ। ਉਹ ਕਹਿੰਦੇ ਨੇ ਹਰ ਹਰ ਹਰਤੀ ਪਾਪਾਨੀ ਦੁਸ਼ਟ ਚਿੱਤਈ ਅਪੀ ਸਿਮਰਤਾ ਅਨਿਸ਼ਟਿਆਪੀ ਸੰਪ੍ਰਸ਼ਟੋ ਦਹਤੀ ਏਵ ਹੀ ਪਾਵਕਾ। ਜਿਵੇਂ ਸੱਜਣਾ ਅੱਗ ਦਾ ਧਰਮ ਹੈ, ਉਹਨੇ ਸਾੜਨਾ ਹੀ ਸਾੜਨਾ। ਵਾਹਿਗੁਰੂ ਦਾ ਨਾਮ ਭਾਵੇਂ ਜਪ ਪ੍ਰੇਮ ਨਾਲ, ਭਾਵੇਂ ਜਪ ਗੁੱਸੇ ਨਾਲ, ਭਾਵੇਂ ਜਪ ਪੈਸੇ ਲੈ ਕੇ, ਭਾਵੇਂ ਜਪ ਮਜਬੂਰੀ ਕਾਰਨ, ਇਹਦਾ ਕੰਮ ਹੈ ਇਹਨੇ ਤੇਰੇ ਮਾੜੇ ਔਗਣ ਸਾੜਨੇ ਹੀ ਸਾੜਦੇ। ਹੁਣ ਦੇਖੋ ਕਿੱਡਾ ਸੋਹਣਾ ਉਪਦੇਸ਼ ਹੈ, ਪਰ ਸਾਡੀਆਂ ਦਲੀਲਾਂ ਇਦਾਂ ਦੀਆਂ ਨੇ ਕਿ ਅਸੀਂ ਗੁਰੂ ਦੀ ਸਿੱਖਿਆ ਸੁਣ ਕੇ ਵੀ ਨਹੀਂ ਜਾਗਦੇ। ਤੇ ਨਾਮ ਜਪਣ ਨੂੰ ਕੀ ਕਹਿ ਦਿੱਤਾ? ਇਹ ਜੀ ਤੋਤਾ ਰਟਨ, ਇਹ ਤੇ ਜੀ ਆ ਵਾ, ਇਹ ਤੇ ਜੀ ਆ। ਤਾਂ ਮਹਾਰਾਜ ਕਹਿੰਦੇ ਨੇ ਕਿ ਬੀਤ ਜੈ ਹੈ ਜਨਮ ਅਕਾਜ ਰੇ। ਨਿਸ ਦਿਨ ਤੂੰ ਸੁਣ ਕੇ ਪੁਰਾਨ, ਰਾਤ ਦਿਨ ਕਥਾ ਵੀ ਸੁਣੀ ਪਰ ਕੋਈ ਅਸਰ ਹੀ ਨਹੀਂ ਹੈ। ਸਮਝਤ ਨ ਰੇ ਅਜਾਨ। ਇਸੇ ਤਰ੍ਹਾਂ ਪੇਖਤ ਚਾਖਤ ਕਹੀਅਤ ਅੰਧਾ, ਸੁਣੀਅਤ ਸੁਣੀਏ ਨਾਹੀ। ਸਭ ਕੁਝ ਅੱਖਾਂ ਨਾਲ ਦੇਖਿਆ ਤਾਂ ਵੀ ਅਸਰ ਨਹੀਂ ਪਿਆ, ਸਭ ਕੁਝ ਕੰਨਾਂ ਨਾਲ ਸੁਣਿਆ ਤਾਂ ਵੀ ਅਸਰ ਨਹੀਂ ਪਿਆ। ਤਾਂ ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਸੁਣ ਕੇ ਇਹ ਜਾਗਿਆ ਨਹੀਂ। ਆ ਦੇਖੋ ਕਰੋਨਾ ਵਾਇਰਸ ਚੱਲਦਾ ਪਿਆ ਹੈ, ਮੋਹ ਦੇ ਵਿੱਚ ਉਮਰ ਲੰਘਾਈ ਨਾ। ਇੱਕ ਸੱਜਣ ਸੀ, ਬੜੀ ਮਿਹਨਤ ਕੀਤੀ, ਸਰਕਾਰੀ ਅਫਸਰ ਸੀ, ਜਲੰਧਰ ਦੀ ਗੱਲ ਹੈ ਜੀ, ਬੜੀ ਵੱਡੀ ਪੋਸਟ,
ਬੱਚੇ ਇੱਥੋਂ ਤੱਕ ਅਮਰੀਕਾ ਕੈਨੇਡਾ ਤੱਕ ਸੈਟਲ ਕੀਤੇ, ਪਰ ਉਧਰੋਂ ਆ ਬਿਮਾਰੀ ਆ ਗਈ ਕਰੋਨਾ, ਉਹਨਾਂ ਦੀ ਡੈਥ ਹੋ ਗਈ। ਹੁਣ ਜਿਸ ਪਰਿਵਾਰ ਦੀ ਖਾਤਰ ਉਹਨਾਂ ਨੇ ਮਿਹਨਤ ਕੀਤੀ ਸੀ, ਉਹ ਪਰਿਵਾਰ ਦਾ ਫੋਨ ਆਉਂਦਾ ਹੈ ਕਿ ਭਾਈ ਸਾਹਿਬ ਤੁਹਾਡੇ ਨਾਲ ਪਿਤਾ ਜੀ ਦਾ ਬਹੁਤ ਪ੍ਰੇਮ ਸੀ, ਇੱਕ ਰਿਕੁਐਸਟ ਹੈ। ਅੱਗਿਓਂ ਭਾਈ ਸਾਹਿਬ ਕਹਿੰਦੇ ਦੱਸੋ ਕਿਹੜੀ? ਕੀ ਤੁਸੀਂ ਸਾਡੇ ਪਿਤਾ ਜੀ ਦਾ ਸੰਸਕਾਰ ਕਰਵਾ ਸਕਦੇ ਹੋ? ਸਾਡੇ ਤੋਂ ਆਇਆ ਨਹੀਂ ਜਾਣਾ। ਇੰਨਾ ਡਰ ਕਰੋਨਾ ਦਾ। ਜਿਸ ਪਿਓ ਨੇ ਸੈਟਲ ਕੀਤੇ, ਸਾਰੀ ਉਮਰ ਜਿਸ ਪਿਓ ਨੇ ਬੱਚਿਆਂ ਖਾਤਰ ਲਾਈ, ਉਹ ਅੱਜ ਮੌਤ ਤੋਂ ਇੰਨੇ ਡਰ ਗਏ ਨੇ ਕਿ ਪਿਓ ਵੀ ਪਿਓ ਨਹੀਂ ਲੱਗਦਾ ਪਿਆ, ਪਿਓ ਵੀ ਮੌਤ ਲੱਗਦਾ ਪਿਆ ਹੈ। ਚਲੋ ਭਾਈ ਸਾਹਿਬ ਕਹਿੰਦੇ ਕੋਈ ਗੱਲ ਨਹੀਂ। ਹੁਣ ਜਦੋਂ ਸੰਸਕਾਰ ਹੋ ਗਿਆ ਤੇ ਜਿਹੜੇ ਫੁੱਲ ਨੇ, ਅਸਥੀਆਂ ਨੇ, ਅਸਥੀਆਂ ਦੇ ਵਿੱਚ ਕਰੋਨਾ ਤਾਂ ਨਹੀਂ ਨਾ ਸੜ ਗਿਆ ਸਰੀਰ, ਉਹ ਅਸਥੀਆਂ ਪਾਉਣ ਵੀ ਨਹੀਂ ਗਏ ਕਿਤੇ, ਅਸਥੀਆਂ ਹੱਡੀਆਂ ਦੇ ਵਿੱਚੋਂ ਹੀ ਨਾ ਸਾਨੂੰ ਕਰੋਨਾ ਚਿੰਬੜ ਜੇ। ਤਾਂ ਮਹਾਰਾਜ ਪੰਚਮ ਗੁਰਦੇਵ ਕੀ ਕਹਿੰਦੇ ਨੇ? ਪੇਖਤ ਚਾਖਤ ਕਹੀਏ ਤੰਦਾ, ਤੂੰ ਸਭ ਕੁਝ ਅੱਖਾਂ ਨਾਲ ਵੇਖਿਆ ਪਰ ਫਿਰ ਵੀ ਤੇਰੇ ਤੇ ਅਸਰ ਨਹੀਂ ਹੋ ਰਿਹਾ। ਤੂੰ ਸਭ ਕੁਝ ਕੰਨਾਂ ਨਾਲ ਸੁਣਿਆ ਪਰ ਫਿਰ ਵੀ ਕੋਈ ਅਸਰ ਨਹੀਂ ਹੋ ਰਿਹਾ। ਤਾਂ ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਸੁਣ ਕੇ ਇਹ ਸੱਜਣ ਜਾਗਿਆ ਨਹੀਂ, ਇਹਦੇ ਅੰਦਰ ਪ੍ਰੇਮ ਭਗਤੀ ਵਾਹਿਗੁਰੂ ਦੇ ਸਿਮਰਨ ਦਾ ਚਾਅ ਨਹੀਂ ਪੈਦਾ ਹੋਇਆ, ਗੁਰੂ ਦੇ ਸ਼ਬਦ ਦਾ ਇਹਦੇ ਉੱਤੇ ਅਸਰ ਹੀ ਨਹੀਂ ਹੋਇਆ। ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਨਾ ਕਈ ਬੜੀਆਂ ਸੋਹਣੀਆਂ ਗੱਲਾਂ ਆਉਂਦੀਆਂ ਤੇ ਮਹਾਰਾਜ ਕਹਿੰਦੇ ਸਾਂਝ ਕਰੀਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ। ਕੱਲ ਦਾਸ ਪੜ੍ਹਦਾ ਪਿਆ ਸੀ, ਇੱਕ ਸ਼ਲੋਕ ਆਇਆ ਕਿ ਗੁਰੂ ਦਾ ਸ਼ਬਦ ਮੇਰੇ ਹਿਰਦੇ 'ਚ ਵਸਦਾ ਕਿਉਂ ਨਹੀਂ ਆ, ਇੰਨਾ ਚਿਰ ਹੋ ਗਿਆ। ਗੁਰੂ ਦਾ ਸ਼ਬਦ ਮੇਰਾ ਜੀਵਨ ਕਿਉਂ ਨਹੀਂ ਬਦਲਦਾ? ਭਗਤ ਧੰਨੇ ਵਰਗੇ ਤੇ ਇਦਾਂ ਦੇ ਹੋਏ ਵੀ ਇੱਕੇ ਵਾਰੀ ਜੀਵਨ ਪਲਟ ਗਿਆ। ਭਾਈ ਬਿਧੀ ਚੰਦ ਸਾਹਿਬ ਇੱਕੇ ਵਾਰੀ ਜੀਵਨ ਪਲਟ ਗਿਆ, ਭਾਈ ਲੱਖੂ ਧਾੜ ਵੀ ਇੱਕੇ ਵਾਰੀ ਜੀਵਨ ਪਲਟ ਗਿਆ। ਪਰ ਮੈਨੂੰ ਇੰਨਾ ਚਿਰ ਹੋ ਗਿਆ ਪਰ ਮੇਰਾ ਜੀਵਨ ਕਿਉਂ ਨਹੀਂ ਪਲਟਦਾ ਪਿਆ? ਉੱਥੇ ਇੱਕ ਸ਼ਲੋਕ ਆਇਆ, ਉਹਦੇ ਵਿੱਚ ਉਹ ਬਹੁਤ ਸੋਹਣਾ ਜਵਾਬ ਦਿੱਤਾ। ਉਹ ਕਹਿੰਦੇ ਨੇ ਵਿਸ਼ਿਆ ਸਗਤੀ ਮਾਨਸਤ ਮੇਅਸਤ ਸੰਸ਼ਿਆ ਬ੍ਰਹਮ ਚਤਵਾਰਾ ਪ੍ਰਤੀਬੰਧਾ ਸਿਉ ਗਿਆਨਾਦ ਆ ਦ੍ਰਿੜ ਅਸਿਆ ਹੇਤਵਾ। ਉਹ ਕਹਿੰਦੇ ਸੱਜਣਾ ਚਾਰ ਚੀਜ਼ਾਂ ਨੇ ਜਿਹੜੀਆਂ ਦਿਲ ਵਿੱਚ ਰੱਬ ਦੀ ਸਿੱਖਿਆ ਬਹਿਣ ਨਹੀਂ ਦਿੰਦੀ। ਪਹਿਲੀ ਕੀ ਆ? ਵਿਸ਼ਿਆ ਸ਼ਕਤੀ, ਮਾੜੇ ਬੰਨੇ ਦੀ ਖਿੱਚ, ਨੰਬਰ 1। ਦੂਸਰੀ ਕੀ ਆ? ਮਾਨਸਤ, ਗੁਰਬਾਣੀ ਤੇ ਸ਼ੰਕਾ ਵੀ ਗੁਰਬਾਣੀ ਸੱਚ ਕਹਿੰਦੀ ਹੈ, ਇਹ ਹੋਊਗਾ। ਤੀਸਰੀ ਕੀ ਆ? ਪਰਮੇਅਸਤ, ਵੀ ਜਿਹੜਾ ਗੁਰਬਾਣੀ ਵਿੱਚ ਰੱਬ ਦਾ ਜ਼ਿਕਰ ਕੀਤਾ ਉਹ ਰੱਬ ਹੈਗਾ ਵਾ। ਤੇ ਚੌਥਾ ਕੀ ਆ? ਕਹਿੰਦੇ ਭਰਮ। ਭਰਮ ਦਾ ਮਤਲਬ ਵਿਪਰਿਆ ਗਿਆਨ, ਮੈਨੇ ਜਿਵੇਂ ਸੰਸਾਰ ਇੱਕ ਦਿਨ ਖਤਮ ਹੋਣਾ ਪਰ ਅਸੀਂ ਇਹਨੂੰ ਸੱਚਾ ਮੰਨ ਬੈਠੇ। ਜਿਵੇਂ ਅੰਮ੍ਰਿਤ ਨਾਮ ਮਿੱਠਾ ਸੀ ਪਰ ਸਾਨੂੰ ਨਾਮ ਜਪਣਾ ਕੌੜਾ ਲੱਗਦਾ ਹੈ, ਉਲਟ ਗੱਲ। ਇਹ ਚਾਰ ਚੀਜ਼ਾਂ ਜਿੰਨਾ ਚਿਰ ਕਿਸੇ ਦੇ ਦਿਲ 'ਚ ਬੈਠੀਆਂ ਨੇ, ਫਿਰ ਬੇਨਤੀ ਕਰਾਂ, ਵਿਸ਼ਿਆ ਸ਼ਕਤੀ ਮਾਨਸਤ ਮੇਅਸਤ ਸੰਸ਼ਿਆ ਬ੍ਰਹਮ ਚਤਵਾਰਾ ਪ੍ਰਤੀਬੰਧਾ। ਪ੍ਰਤੀਬੰਧ ਕਹਿੰਦੇ ਰੁਕਾਵਟ ਨੂੰ, ਚਤਵਾਰ ਕਹਿੰਦੇ ਚਾਰਾਂ ਨੂੰ। ਚਤਵਾਰਾ ਪ੍ਰਤੀਬੰਧਾ ਸਿਉ, ਇਹ ਚਾਰ ਪ੍ਰਤੀਬੰਧ ਨੇ। ਗਿਆਨਾਦ ਆ ਦ੍ਰਿੜ ਅਸਿਆ ਹੇਤਵਾ, ਇਹ ਗਿਆਨ ਨੂੰ ਪੱਕਾ ਨਹੀਂ ਹੋਣ ਦੇਣਗੇ, ਇਹ ਸਿੱਖਿਆ ਨੂੰ ਹਿਰਦੇ ਵਿੱਚ ਨਹੀਂ ਵਸਣ ਦਿੰਦੇ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਜਿਸ ਸਰੀਰ ਨੇ ਸ਼ੁਭ ਗੁਣ ਨਹੀਂ ਗ੍ਰਹਿਣ ਕੀਤਾ, ਸ਼ੁਭ ਗੁਣ ਕੀ ਨੇ? ਸਤ, ਸੰਤੋਖ, ਦਇਆ, ਧਰਮ ਆਦਿਕ, ਅਤੇ ਗੁਰੂ ਦੀ ਕਾਰ, ਗੁਰੂ ਦੀ ਸੇਵਾ ਜਿਸ ਸਰੀਰ ਨੇ ਨਹੀਂ ਕੀਤੀ, ਜਿਸ ਸਰੀਰ ਨੇ ਸੰਗਤ ਦੀ ਸੇਵਾ ਨਹੀਂ ਕੀਤੀ,
ਉਹ ਸਰੀਰ ਰੱਖ ਕੇ ਕੀ ਕਰਨਾ ਹੈ? ਉਹ ਸਰੀਰ ਤੇ ਮਹਾਰਾਜ ਕਹਿੰਦੇ ਨੇ ਸੜ ਜਾਣਾ ਚਾਹੀਦਾ ਹੈ। ਜਗਤ ਜਲੰਦਾ ਡਿਠ ਮੈਂ, ਹਉ ਮੈਂ ਦੂਜੈ ਪਾਏ। ਵੈਸੇ ਵੀ ਇਹ ਜਿਹੜਾ ਸੰਸਾਰ ਹੈ ਇਹ ਹਉਮੈ ਵਿੱਚ ਤੇ ਦੂਜੇ ਭਾ ਦਵੈਤ ਵਿੱਚ ਪਰਮਾਤਮਾ ਨੂੰ ਛੱਡ ਕੇ ਜਿਹੜਾ ਦੂਜੇ ਤੇ ਭਰੋਸਾ ਕਰਨਾ ਹੈ, ਦੂਜੇ ਦੀ ਅਹਿਮੀਅਤ ਜ਼ਿੰਦਗੀ 'ਚ ਰੱਖਣੀ ਹੈ, ਉਹ ਭਾਵੇਂ ਸੰਸਾਰ ਹੈ, ਉਹ ਭਾਵੇਂ ਪੈਸਾ ਹੈ, ਕੋਈ ਵੀ ਦੂਜਾ ਹੈ ਪਰਮਾਤਮਾ ਨੂੰ ਛੱਡ ਕੇ। ਇਹਦੇ ਵਿੱਚ ਇਹ ਸਾਰਾ ਸੰਸਾਰ ਮਹਾਰਾਜ ਕਹਿੰਦੇ ਮੈਂ ਸੜਦਾ ਦੇਖਿਆ ਹੈ, ਹਉਮੈ ਕਰਕੇ ਸੜਦੇ ਰਹਿੰਦੇ ਹਨ। ਨਾਨਕ ਗੁਰ ਸਰਣਾਈ ਉਬਰੇ, ਸੱਚ ਮਨ ਸ਼ਬਦ ਧਿਆਏ। ਜਿਹੜੇ ਗੁਰੂ ਦੀ ਸ਼ਰਨ ਪੈਣਗੇ ਔਰ ਸੱਚੇ ਮਨ ਦੇ ਨਾਲ ਗੁਰੂ ਸਾਹਿਬ ਦੇ ਸ਼ਬਦ ਨੂੰ ਧਿਆਉਣਗੇ, ਇਹ ਉਹ ਗੁਰੂ ਕੇ ਸਿੱਖ ਹਉਮੈ ਦੀ ਅੱਗ ਤੇ ਦਵੈਤ ਭਾਵ ਦੇ ਵਿੱਚ ਸੜਨ ਤੋਂ ਬਚ ਜਾਣਗੇ। ਸਤਿਗੁਰੂ ਜੀ ਨੂੰ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜੀ, ਇਹ ਹਉਮੈ ਕਿੱਦਾਂ ਮਰੇ ਜਿਸ ਹਉਮੈ ਵਿੱਚ ਸਾਰਾ ਸੰਸਾਰ ਸੜਦਾ ਰਹਿੰਦਾ ਹੈ? ਤਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਿਰਪਾ ਕਰਕੇ ਜਵਾਬ ਦਿੰਦੇ ਹਨ। ਮਹੱਲਾ ਤੀਜਾ, ਸ਼ਬਦ ਰਤੇ ਹਉਮੈ ਗਾਈ, ਸੋਭਾਵੰਤੀ ਨਾਰ। ਜਿਹੜੀਆਂ ਜੀਵ ਰੂਪ ਇਸਤਰੀਆਂ, ਮਹਾਤਮਾ ਰੂਪ ਸਖੀਆਂ, ਨਾਰ ਸ਼ਬਦ ਇਸਤਰੀਆਂ, ਮਹਾਤਮਾ ਰੂਪ ਸਖੀਆਂ, ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ਬਦ ਦੇ ਨਾਲ ਰੰਗ ਲਿਆ ਹੈ, ਉਹਨਾਂ ਦੇ ਅੰਦਰੋਂ ਹਉਮੈ ਜਿਹੜੀ ਹੈ ਉਹ ਚਲੇ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਹੈ, ਆਪ ਹੈਰਾਨ ਹੋਵੋਗੇ। ਆਸਾ ਜੀ ਦੀ ਵਾਰ ਦੇ ਵਿੱਚ ਸ਼ਬਦ ਆਉਂਦਾ ਪਿਆ ਸੀ, ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਦਾਸ ਜਦੋਂ ਪਹੁੰਚਿਆ ਇੱਥੇ ਤਾਂ ਰਾਗੀ ਸਿੰਘ ਜੀ ਪੜ੍ਹਦੇ ਪਏ ਸੀ, ਗੁਰ ਸਿੱਖਾਂ ਕੀ ਘਾਲ ਥਾਏ ਪਈ। ਅੱਛਾ, ਜੇ ਸਵਾਲ ਕੀਤਾ ਜਾਵੇ ਗੁਰਸਿੱਖਾਂ ਦੀ ਕਿਉਂ? ਪਹਿਲਾਂ ਏਡੇ ਵੱਡੇ ਰਿਸ਼ੀ ਮੁਨੀ ਹੋਏ ਨੇ, ਉਹਨਾਂ ਇੰਨਾ ਤਪ ਕੀਤਾ, ਉਹਨਾਂ ਦੀ ਕਿਉਂ ਨਾ ਥਾਂ ਪਈ? ਉਹਨਾਂ ਵਰੀ ਤੇ ਆਪ ਜੀ ਨੇ ਕਹਿਤਾ ਵੀ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਭਲ ਜਾਤ ਜੇ ਜਿਉਂ ਕੁੰਚਰ। ਉਹਨਾਂ ਦੀ ਕਿਉਂ ਨਾ ਥਾਂ ਪਈ? ਤੁਸੀਂ ਹੈਰਾਨ ਹੋਵੋਗੇ, ਗੁਰਸਿੱਖ ਕਮਾਈ ਕਰੇ ਤੇ ਮਹਾਰਾਜ ਥਾਂ ਪਾਏਗਾ, ਪਰਮਾਤਮਾ ਪ੍ਰਵਾਨ ਕਰੇਗਾ। ਹੋਰ ਕੋਈ ਕਮਾਈ ਕਰੇ ਤੇ ਮਾਫ ਕਰਿਓ, ਪਰਮਾਤਮਾ ਪ੍ਰਵਾਨ ਨਹੀਂ ਕਰੇਗਾ। ਆਪਾਂ ਰੋਜ਼ ਪੜ੍ਹਦੇ ਹਾਂ ਗੁਰਸਿੱਖਾਂ ਕੀ ਘਾਲ ਥਾਏ ਪਈ। ਇਹਦਾ ਜਵਾਬ ਸਾਨੂੰ ਸਤਿਗੁਰੂ ਨੇ ਦਿੱਤਾ ਹੈ ਕਿ ਗੁਰਸਿੱਖ ਦੇ ਵਿੱਚ ਇੱਕ ਫਰਕ ਹੈ। ਉਹ ਕਮਾਈ ਕਰਕੇ ਹਉਮੈ ਨਹੀਂ ਕਰਦਾ, ਉਹ ਕਮਾਈ ਕਰਕੇ ਹੱਥ ਜੋੜ ਕੇ ਕੀ ਕਹਿੰਦਾ ਹੈ ਕਿ ਮੇਰੇ ਸੱਚੇ ਪਾਤਸ਼ਾਹ, ਇਹ ਨਿਤਨੇਮ ਦੀ ਜਿਹੜੀ ਸੇਵਾ ਹੈ ਤੁਸੀਂ ਤਰਸ ਕਰਕੇ ਮੇਰੇ ਤੋਂ ਲਈ ਹੈ। ਉਹ ਇਹ ਨਹੀਂ ਕਹਿੰਦਾ ਵੀ ਮੈਂ ਨਿਤਨੇਮ ਕੀਤਾ, ਉਹ ਇਹ ਨਹੀਂ ਕਹਿੰਦਾ ਵੀ ਮੈਂ ਰੋਜ਼ ਆਪ ਜੀ ਦੀ ਕਥਾ ਸੁਣਦਾ, ਮੈਂ ਰੋਜ਼ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾ। ਗੁਰਸਿੱਖ ਦੀ ਭਾਵਨਾ ਕੀ ਹੈ? ਉਹ ਕਹਿੰਦਾ ਨਿਤਨੇਮ ਦੀ ਸੇਵਾ ਤੁਸੀਂ ਤਰਸ ਕਰਕੇ ਅੱਜ ਮੇਰੇ ਤੋਂ ਲਈ ਹੈ, ਨਹੀਂ ਤੇ ਕੋਈ ਏਦਾਂ ਹੀ ਗੱਲ ਨਹੀਂ ਆ। ਮਹਾਰਾਜ ਚਾਹਵੇ ਤੇ ਹੋਰ ਕਿਸੇ ਤੋਂ ਵੀ ਨਿਤਨੇਮ ਦੀ ਸੇਵਾ ਲੈ ਸਕਦਾ। ਤਾਂ ਗੁਰਸਿੱਖ ਨੂੰ ਮਹਾਰਾਜ ਨੇ ਇੱਕ ਗੁਣ ਦਿੱਤਾ ਹੈ, ਉਹ ਕੀ ਕਿ ਜੋ ਵੀ ਪ੍ਰਮਾਤਮਾ ਦੀ ਕਮਾਈ ਹੈ, ਸੇਵਾ ਦੀ, ਸਿਮਰਨ ਦੀ, ਇਹ ਪ੍ਰਮਾਤਮਾ ਆਪ ਹੀ ਤਰਸ ਕਰਕੇ ਕਰਾਉਂਦਾ ਹੈ। ਆਪ ਜਪਾਏ ਜਪੈ ਸੋ ਨਾਉ,
ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭੂ ਕਿਰਪਾ ਕਰੇ ਤੇ ਨਾਮ ਜਪਿਆ ਜਾਂਦਾ ਹੈ। ਪ੍ਰਭੂ ਕਿਰਪਾ ਕਰੇ ਤੇ ਗੁਰਦੁਆਰੇ ਹਾਜ਼ਰੀ ਭਰੀ ਜਾਂਦੀ ਹੈ, ਕੀਰਤਨ ਸੁਣਿਆ ਜਾਂਦਾ ਹੈ, ਕਥਾ ਸੁਣੀ ਜਾਂਦੀ ਹੈ ਤੇ ਹੱਥੀਂ ਸੇਵਾ ਜੇ ਆਪ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਹੁੰਦੀ ਹੈ। ਇਸ ਗੁਣ ਕਰਕੇ ਗੁਰਸਿੱਖਾਂ ਕੀ ਘਾਲ ਥਾਏ ਪਰੇ। ਗੁਰੂ ਕੇ ਸਿੱਖਾਂ ਦੀ ਘਾਲ ਵਾਹਿਗੁਰੂ ਪਰਮੇਸ਼ਰ ਥਾਂ ਪਾਉਂਦਾ ਹੈ। ਤਾਂ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਜੀਵ ਰੂਪ ਮਹਾਤਮਾ ਰੂਪ ਸਖੀਆਂ ਨੇ ਆਪਣੇ ਮਨ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਲਿਆ ਹੈ, ਉਹਨਾਂ ਦੀ ਹਉਮੈ ਮਰ ਗਈ ਹੈ। ਉਹਨਾਂ ਨੂੰ ਪਤਾ ਵਾ ਕਿ ਇਹ ਕੰਮ ਪਰਮਾਤਮਾ ਹੀ ਕਰਾਵੇ ਤੇ ਹੋ ਸਕਦਾ ਹੈ। ਹਾਰੀ ਸਾਰੀ ਦੇ ਵਾਸਤੇ ਗੱਲ ਨਹੀਂ ਹੈ। ਜਿੱਤੇ ਮਾਲਕ ਤਰਸ ਕਰੇ, ਮਿਹਰ ਕਰੇ। ਐਸੀਆਂ ਮਹਾਤਮਾ ਰੂਪ ਸਖੀਆਂ ਜਿਨ੍ਹਾਂ ਦੀ ਹਉਮੈ ਮਰ ਗਈ ਹੈ, ਉਹ ਸੋਭਾ ਵਾਲੀਆਂ ਹਨ। ਫਿਰ ਕੈ ਭਾਣੈ ਸਦਾ ਚੱਲੈ ਤਾਂ ਬਨਿਆ ਸੀਗਾਰ। ਉਹ ਵਾਹਿਗੁਰੂ ਜੀ ਪਤੀ ਪਰਮਾਤਮਾ ਦੇ ਭਾਣੇ ਵਿੱਚ, ਰਜ਼ਾ ਦੇ ਵਿੱਚ, ਹੁਕਮ ਦੇ ਵਿੱਚ ਹਮੇਸ਼ਾ ਚੱਲਦੀਆਂ ਨੇ। ਉਹਨਾਂ ਦਾ ਜਿਹੜਾ ਸ਼ਿੰਗਾਰ ਕੀਤਾ ਹੋਇਆ ਹੈ ਉਹ ਸਾਰਾ ਬਣ ਜਾਂਦਾ ਹੈ, ਸਫਲ ਹੁੰਦਾ ਹੈ। ਸ਼ਿੰਗਾਰ ਕਾਹਦਾ? ਸ਼ੁਭ ਗੁਣਾਂ ਦਾ। ਸ਼ਿੰਗਾਰ ਕਾਹਦਾ? ਜਪ ਤਪ ਦਾ। ਉਹਨਾਂ ਦਾ ਨਾਮ ਜਪਣਾ ਰੂਪ ਸ਼ਿੰਗਾਰ ਵੀ ਸਫਲ ਹੈ, ਉਹਨਾਂ ਦਾ ਸੇਵਾ ਰੂਪ ਸ਼ਿੰਗਾਰ ਵੀ ਸਫਲ ਹੈ, ਜਾਂ ਸ਼ੁਭ ਗੁਣਾਂ ਦਾ ਸ਼ਿੰਗਾਰ ਵੀ ਸਫਲ ਹੈ। ਆਪ ਹੈਰਾਨ ਹੋਵੋਗੇ, ਮਹਾਤਮਾ ਬੁੱਧ ਨੂੰ ਕਿਸੇ ਨੇ ਪੁੱਛਿਆ ਕਿ ਮਹਾਤਮਾ ਜੀ ਕਰਮ ਕਿਹਨੂੰ ਕਹਿੰਦੇ ਆ? ਵੈਸੇ ਧਾਰਮਿਕ ਗ੍ਰੰਥਾਂ ਵਿੱਚ 3 ਚੀਜ਼ਾਂ ਨੂੰ ਕਰਮ ਕਿਹਾ ਗਿਆ ਹੈ, ਮਨ, ਬਾਣੀ ਤੇ ਸਰੀਰ ਨੂੰ। ਤੁਸੀਂ ਸਰੀਰ ਨਾਲ ਜੋ ਕਰੋ ਉਹ ਕਰਮ ਹੈ। ਅੱਛਾ, ਸਰੀਰ ਨਾਲ ਨਾ ਵੀ ਕਰੋ, ਮਨ ਨਾਲ ਵੀ ਜੇ ਤੁਸੀਂ ਸੋਚਦੇ ਹੋ ਉਹ ਵੀ ਕਰਮ ਹੈ, ਤੇ ਜ਼ੁਬਾਨ ਨਾਲ ਜੋ ਕਰਦੇ ਹੋ ਉਹ ਵੀ ਕਰਮ ਹੈ। 3 ਚੀਜ਼ਾਂ ਕਰਮ ਦੇ ਵਿੱਚ ਆਉਂਦੀਆਂ ਨੇ, ਮਨ, ਬਾਣੀ ਤੇ ਸਰੀਰ। ਜਿਹਨੂੰ ਗੁਰਬਾਣੀ ਵੀ ਕਹਿੰਦੀ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਕਿਸੇ ਦਾ ਬੁਰਾ ਨਾ ਸੋਚੋ। ਮਹਾਤਮਾ ਕਹਿੰਦੇ, ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣਾ, ਗੱਲ ਸੌਖੀ ਸਮਝ ਪੈ ਜੇ। ਉਹ ਕਹਿਣ ਲੱਗੇ ਕਿ ਕੋਈ ਬਾਦਸ਼ਾਹ ਸੀ ਹਾਥੀ ਤੇ ਸਵਾਰ, ਬਾਜ਼ਾਰ ਵਿੱਚ ਦੀ ਲੰਘਿਆ, ਚੰਦਨ ਦੀ ਲੱਕੜ ਵਾਲੇ ਸੱਜਣ ਦੀ ਦੁਕਾਨ, ਤੇ ਬਾਦਸ਼ਾਹ ਵਜ਼ੀਰ ਨੂੰ ਕਹਿਣ ਲੱਗਾ, ਪਤਾ ਨਹੀਂ ਕਿਉਂ ਮੇਰੇ ਮਨ 'ਚ ਆਉਂਦੀ ਆ ਜਿਹੜਾ ਚੰਦਨ ਦੀ ਲੱਕੜ ਵਾਲਾ ਨਾ, ਇਹਨੂੰ ਮੈਂ ਕਤਲ ਕਰਦਾ, ਇਹਨੂੰ ਮੈਂ ਫਾਂਸੀ ਦੇ ਦਾਂ। ਬਾਦਸ਼ਾਹ ਲੋਕ ਨੇ, ਕੌਣ ਪੁੱਛ ਸਕਦਾ ਹੈ? ਕੌਣ ਇਹਨਾਂ ਨੂੰ ਸਮਝਾ ਸਕਦਾ ਹੈ? ਹਉਮੈ ਹੀ ਬੜੀ ਵੱਡੀ ਹੁੰਦੀ, ਜਿੱਡੀ ਵੱਡੀ ਪਦਵੀ ਓਡੀ ਵੱਡੀ ਹਉਮੈ ਹੁੰਦੀ। ਹੋਇਆ ਕਿ ਵਜ਼ੀਰ ਅਜੇ ਪੁੱਛਣ ਲੱਗਾ ਸੀ ਵੀ ਸਰਕਾਰ, ਬਾਦਸ਼ਾਹ ਸਲਾਮਤ, ਕਿਉਂ? ਇੰਨੇ ਚਿਰ ਨੂੰ ਉਹਦਾ ਹਾਥੀ ਅੱਗੇ ਲੰਘ ਗਿਆ। ਚਲੋ ਵਜ਼ੀਰ ਨੇ ਆਮ ਲੋਕਾਂ ਵਾਲੇ ਕੱਪੜੇ ਪਾ ਕੇ, ਗਰੀਬਾਂ ਵਾਲੇ ਕੱਪੜੇ ਪਾ ਕੇ ਚੰਦਨ ਦੀ ਦੁਕਾਨ ਤੇ ਗਿਆ, ਤੇ ਉਹਨੂੰ ਗੱਲੀ ਬਾਤੀ ਪੁੱਛਦਿਆਂ ਪੁੱਛਿਆ, ਤੇਰਾ ਕੰਮ ਕਿਦਾਂ ਦਾ ਚੱਲਦਾ? ਕਹਿੰਦਾ, ਬੁਰਾ ਹਾਲ। ਇਸ ਦੇਸ਼ ਵਿੱਚ ਇੱਕ ਹੀ ਚੰਦਨ ਦੀ ਦੁਕਾਨ ਹੈ, ਚੰਦਨ ਵਿਕਦੀ ਨਹੀਂ। ਆਉਂਦੇ ਨੇ, ਖੁਸ਼ਬੂ ਲੈਂਦੇ ਨੇ, ਪ੍ਰਸ਼ੰਸਾ ਕਰਦੇ, ਪਰ ਖਰੀਦਦਾ ਕੋਈ ਨਹੀਂ। ਉਸਤਤ ਬੜੀ ਕਰਦੇ ਨੇ, ਪਰ ਜਾਂਦਾ ਕੋਈ ਨਹੀਂ ਲੈ ਕੇ। ਵਜ਼ੀਰ ਕਹਿੰਦਾ, ਫਿਰ ਤੇਰਾ ਗੁਜ਼ਾਰਾ? ਕਹਿੰਦਾ, ਉਹਨੂੰ ਨਹੀਂ ਪਤਾ ਵੀ ਇਹ ਵਜ਼ੀਰ ਆ। ਕਹਿੰਦਾ, ਜੇ ਕਿਤੇ ਇਸ ਦੇਸ਼ ਦਾ ਬਾਦਸ਼ਾਹ ਮਰ ਜਾਵੇ ਨਾ, ਤੇ ਘੱਟੋ ਘੱਟ ਮੇਰੀ ਕੁਆਂਟਲ ਚੰਦਨ ਤੇ ਪਊਗੀ ਨਾ ਉਹਦੇ ਉੱਤੇ।
ਤੇ ਮੈਂ ਆਪਣੇ ਗਰੀਬੀ ਦੇ ਦਿਨ ਸੌਖੇ ਕੱਟ ਲਵਾਂਗਾ। ਦੇਖ ਲਓ, ਕਈ ਵਾਰੀ ਮਰਨਾ ਵੀ ਮੰਗਣਾ ਪੈਂਦਾ ਵੀ ਫਲਾਨਾ ਬਾਦਸ਼ਾਹ ਮਰੇ ਤੇ ਸੌਖੇ ਹੋਈਏ। ਵਜ਼ੀਰ ਬੜਾ ਸਿਆਣਾ ਸੀ, ਉਹਦੇ ਮਨ 'ਚ ਸ਼ੰਕਾ ਸੀ ਵੀ ਬਾਦਸ਼ਾਹ ਦੇ ਮਨ 'ਚ ਕਿਉਂ ਆਈ ਵੀ ਇਹਨੂੰ ਮੈਂ ਫਾਂਸੀ ਚਾੜਦਾ ਬਿਨਾਂ ਗੱਲ ਤੋਂ ਹੀ। ਉਹਨੂੰ ਜਵਾਬ ਮਿਲ ਗਿਆ। ਵਜ਼ੀਰ ਨੇ ਉਤੋਂ ਚੰਦਨ ਲਿਆ, ਜਾ ਕੇ ਬਾਦਸ਼ਾਹ ਨੂੰ ਭੇਟ ਕੀਤਾ ਕਿ ਬਾਦਸ਼ਾਹ ਸਲਾਮਤ। ਉਹ ਚੰਦਨ ਦੀ ਲੱਕੜ ਵਾਲੇ ਨੇ ਨਾ ਚੰਦਨ ਭੇਜਿਆ ਤੋਹਫੇ ਵਿੱਚ। ਬਾਦਸ਼ਾਹ ਨੇ ਜਦੋਂ ਸੁਗੰਧੀ ਲਈ ਆਸ਼ਸ਼ ਕਰ ਉੱਠਿਆ। ਬਾਦਸ਼ਾਹ ਨੇ ਖੁਸ਼ ਹੋ ਕੇ ਕੁਝ ਸੋਨੇ ਦੇ ਸਿੱਕੇ ਭੇਜੇ ਵੀ ਮੇਰੀ ਵੱਲੋਂ ਉਹਨੂੰ ਦੇ ਦੀ। ਤੇ ਨਾਲੇ ਮਨ 'ਚ ਆਇਆ ਐਵੇਂ ਹੀ ਮਰਵਾ ਦੇਣਾ ਸੀ, ਬੰਦਾ ਹੀ ਬੜਾ ਚੰਗਾ। ਮਹਾਤਮਾ ਬੁੱਧ ਕਹਿੰਦੇ ਹੁਣ ਤੁਸੀਂ ਦੱਸੋ ਜਵਾਬ ਕੀ ਹੈ? ਉਹ ਕਹਿੰਦੇ ਜੀ ਸੋਚ। ਹਾਂ ਕਹਿੰਦੇ ਸੋਚ। ਜਦੋਂ ਤੁਸੀਂ ਕਿਸੇ ਬਾਰੇ ਮਾੜਾ ਸੋਚਦੇ ਹੋ, ਦੱਸਣ ਦੀ ਲੋੜ ਨਹੀਂ, ਉਹ ਮਾੜੀ ਸੋਚ ਦਾ ਮਾੜਾ ਫਲ ਆਪਣੇ ਆਪ ਤੁਹਾਡੇ ਪਾਸ ਆਉਣਾ ਹੈ। ਜਦੋਂ ਤੁਸੀਂ ਕਿਸੇ ਦੇ ਲਈ ਚੰਗਾ ਸੋਚਦੇ ਹੋ, ਜ਼ਰੂਰੀ ਨਹੀਂ ਵੀ ਤੁਸੀਂ ਦੱਸਣਾ ਉਹਨੂੰ ਵੀ ਮੈਂ ਤੇਰੇ ਬਾਰੇ ਚੰਗਾ ਸੋਚਦਾ, ਤੇਰਾ ਚੰਗਾ ਹੋਵੇ। ਤੁਹਾਨੂੰ ਉਹਦਾ ਚੰਗਾ ਫਲ ਆਪਣੇ ਆਪ ਮਿਲੇਗਾ। ਇਹਨੂੰ ਕੀ ਕਹਿੰਦੇ ਨੇ? ਸ਼ੁਭ ਗੁਣ। ਸਤ, ਸੰਤੋਖ, ਦਇਆ, ਧਰਮ, ਅਗਲੇ ਦਾ ਭਲਾ ਮੰਗਣਾ। ਤਾਂ ਮਹਾਰਾਜ ਕਹਿੰਦੇ ਉਹ ਮਹਾਤਮਾ ਰੂਪ ਸਖੀਆਂ ਸ਼ੁਭ ਗੁਣਾਂ ਨਾਲ ਸ਼ਿੰਗਾਰੀਆਂ ਹੋਈਆਂ ਨੇ। ਉਹ ਸਤ ਸੰਤੋਖ ਦੇ ਗੁਣਾਂ ਨਾਲ ਬੜੀਆਂ ਸੋਹਣੀਆਂ ਫੱਬਦੀਆਂ ਹਨ ਤੇ ਜਪ ਤਪ ਰੂਪੀ ਸ਼ਿੰਗਾਰ ਉਹਨਾਂ ਦਾ ਸੋਹਣਾ ਬਣਿਆ ਹੈ, ਸਫਲ ਹੋਇਆ ਹੈ। ਸੇਜ ਸੁਹਾਵੀ ਸਦਾ ਪਿਰ ਰਾਵੈ, ਹਰ ਵਰ ਪਾਇਆ ਨਾਰ। ਉਹਨਾਂ ਦੀ ਹਿਰਦੇ ਰੂਪ ਸੇਜਾ ਸ਼ਰਧਾ ਦੇ ਨਾਲ ਬੜੀ ਸੋਹਣੀ ਫੱਬਦੀ ਹੈ। ਜਿਸ ਉੱਪਰ ਪਤੀ ਰੂਪ ਪਰਮੇਸ਼ਰ ਆਣ ਕੇ ਬੈਠਦਾ ਹੈ, ਉਹਦੇ ਆਨੰਦ ਨੂੰ ਰਾਵਦੀਆਂ ਨੇ, ਮਾਣਦੀਆਂ ਨੇ, ਭੋਗਦੀਆਂ ਨੇ। ਉਹਨਾਂ ਨੂੰ ਜਿਹੜਾ ਹਰੀ ਪਰਮੇਸ਼ਰ ਹੈ ਉਹ ਵਰ ਰੂਪ ਦੇ ਵਿੱਚ, ਪਤੀ ਰੂਪ ਦੇ ਵਿੱਚ ਪ੍ਰਾਪਤ ਹੋਇਆ ਹੈ। ਨਾ ਹਰ ਮਰੈ ਨਾ ਕਦੇ ਦੁਖ ਲਾਗੈ, ਸਦਾ ਸੁਹਾਗਣ ਨਾਰ। ਹਰੀ ਰੂਪ ਪਤੀ ਪਰਮੇਸ਼ਰ ਐਸਾ ਹੈ, ਨਾ ਤੇ ਉਹ ਮਰਦਾ ਹੈ, ਜਿਸ ਕਰਕੇ ਜੀਵ ਰੂਪ ਸਖੀ ਜਾਂ ਮਹਾਤਮਾ ਰੂਪ ਸਖੀ ਨੂੰ ਵਿਛੋੜੇ ਦਾ ਦੁੱਖ ਸਹਿਣਾ ਪੈਂਦਾ ਹੈ। ਜਿਵੇਂ ਬਾਹਰ ਪ੍ਰਤੱਖ ਸੰਸਾਰ ਵਿੱਚ ਪਤੀ ਦੇ ਮਰਨ ਕਰਕੇ ਪਤਨੀ ਨੂੰ ਵਿਛੋੜੇ ਦਾ, ਵਿਧਵਾਪੁਣੇ ਦਾ ਦੁੱਖ ਸਹਿਣਾ ਪੈਂਦਾ ਹੈ। ਪਰ ਜੇ ਕਿਤੇ ਵਾਹਿਗੁਰੂ ਰੂਪ ਪਤੀ ਮਿਲ ਜਾਵੇ ਤੇ ਨਾ ਉਹ ਮਰਦਾ ਹੈ, ਨਾ ਹੀ ਵਿਛੋੜੇ ਦਾ ਦੁੱਖ ਲੱਗਦਾ ਹੈ, ਅਤੇ ਸਦਾ ਸੁਹਾਗਣ। ਸੁਹਾਗ ਕਹਿੰਦੇ ਆਨੰਦ ਨੂੰ। ਉਹਨਾਂ ਮਹਾਤਮਾ ਰੂਪ ਨਾਰੀਆਂ ਦਾ, ਇਸਤਰੀਆਂ ਦਾ, ਸਖੀਆਂ ਦਾ, ਗੁਰਸਿੱਖਾਂ ਦਾ ਸੁਹਾਗ ਆਨੰਦ ਜਿਹੜਾ ਉਹ ਸਦਾ ਹੀ ਬਣਿਆ ਰਹਿੰਦਾ ਹੈ, ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਦੇ ਵਿੱਚ ਇੱਕ ਬੜੀ ਸੁੰਦਰ ਗਾਥਾ ਆਉਂਦੀ ਹੈ। ਲਾਹੌਰ ਜਾਂ ਐਬਟਾਬਾਦ ਸ਼ਹਿਰ ਦੇ ਲਾਗੇ ਰਹਿਣ ਵਾਲੀ ਹਰੀਪੁਰ ਨਗਰ, ਉੱਥੋਂ ਦੇ ਰਹਿਣ ਵਾਲੀ ਇੱਕ ਮਾਤਾ ਗੁਲਾਬ ਕੌਰ ਚੜ੍ਹਦੀ ਜਵਾਨੀ ਵਿੱਚ ਆਪ ਵੀ ਬਾਣੀ ਪੜ੍ਹਨ ਵਾਲੀ, ਅੱਗਿਓਂ ਮਹਾਰਾਜ ਨੇ ਸੰਜੋਗ ਵੀ ਇਹੋ ਜਿਹਾ ਕੀਤਾ, ਬਾਣੀ ਪੜ੍ਹਨ ਵਾਲਾ ਪਤੀ ਮਿਲਿਆ। ਪਰ ਰੱਬ ਨੂੰ ਕੁਝ ਹੋਰ ਮਨਜ਼ੂਰ। ਜਿੰਨੀ ਉਮਰ ਲਿਖੀ ਸੀ, ਅਜੇ ਕੋਈ ਘਰ 'ਚ ਬੱਚਾ ਨਹੀਂ ਸੀ ਹੋਇਆ ਤੇ ਪਤੀ ਦੀ ਮੌਤ ਹੋ ਗਈ। ਹੁਣ ਜਵਾਨੀ ਦੀ ਉਮਰ, ਪਤੀ ਦੀ ਮੌਤ, ਨਾ ਬੀਬੀ ਦਾ ਗੁਲਾਬ ਕੌਰ ਤੇ ਜਵਾਨੀ। ਹੌਲੀ ਹੌਲੀ ਵਿਰਾਗ ਦੀ ਇਹੋ ਜਿਹੀ ਸੱਟ ਲੱਗੀ। ਬਾਣੀ ਤੇ ਅੱਗੇ ਬਹੁਤ ਪੜ੍ਹਦੀ ਸੀ, ਪਰ ਪਤੀ ਦੇ ਦੁੱਖ ਨੇ ਇਹ ਲਾਭ ਦਿੱਤਾ, ਵਿਛੋੜੇ ਨੇ ਇਹ ਲਾਭ ਦਿੱਤਾ ਕਿ ਗੁਰਬਾਣੀ ਦੇ ਵਿੱਚ ਉਹਦੀ ਸੁਰਤ ਜਿਹੜੀ ਸੀ ਉਹ ਲੈ ਹੋ ਗਈ। ਗੁਰਬਾਣੀ ਦੇ ਵਿੱਚ ਉਹਦਾ ਮਨ ਤਦਾਕਾਰ ਹੋ ਗਿਆ, ਇੱਕ ਰੂਪ ਹੋ ਗਿਆ। ਜਿਹੜੀ ਉਹ ਨਾਂ ਦੀ ਗੁਲਾਬ ਕੌਰ ਸੀ,
ਉਹਦੇ ਚਿਹਰੇ ਤੇ ਐਸੀ ਲਾਲੀ ਗੁਲਾਬ ਦੀ ਚੜੀ ਨਾਮ ਦੇ ਰਸ ਦੀ ਕਿ ਵੇਖਣ ਵਾਲੇ ਸੱਜਣ ਆਸ਼ਿਸ਼ ਕਰ ਉੱਠਦੇ। ਹੌਲੀ ਹੌਲੀ ਐਸੀ ਵਿਰਾਗ 'ਚ ਉਹ ਲੀਨ ਹੋਈ ਕਿ ਬੋਲਣਾ ਵੀ ਛੱਡਤਾ, ਕਿਸੇ ਨਾਲ ਗੱਲ ਕਰਨੀ ਵੀ ਛੱਡਤੀ, ਅਖੀਰ ਘਰ ਵੀ ਛੱਡਤਾ। ਅਖੀਰ ਜਿਹੜੇ ਸਰੀਰ ਦੇ ਬਸਤਰ ਸੀ, ਆਪਣੀ ਮੌਤ 'ਚ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਉੱਚੀ ਉੱਚੀ ਗੁਰਬਾਣੀ ਦੇ ਸ਼ਬਦ ਗਾਉਂਦੀ ਫਿਰਦਾ। ਇੱਕ ਤੇੜ ਕਸ਼ਹਿਰਾ ਰਹਿ ਗਿਆ, ਇੱਕ ਸਰੀਰ ਤੇ ਉੱਤੇ ਬਸ ਕੰਬਲ ਰਹਿ ਗਿਆ, ਉਹ ਵੀ ਪਾਟ ਗਿਆ। ਤੇ ਬੋਲਣਾ ਕਿਸੇ ਨਾਲ ਨਾ, ਮੰਗਣਾ ਕਿਸੇ ਤੋਂ ਨਹੀਂ, ਆਪਣੀ ਮੌਜ ਦੇ ਵਿੱਚ ਬਾਜ਼ਾਰ ਦੇ ਕਦੀ ਉਸ ਕਿਨਾਰੇ ਕਦੀ ਉਸ ਕਿਨਾਰੇ ਬੈਠੇ ਰਹਿਣਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਪਤਾ ਲੱਗਾ, ਖੁਸ਼ਬੂ ਫੈਲ ਗਈ, ਬੀਬੀ ਗੁਲਾਬ ਕੌਰ ਸੀ, ਫਿਰ ਅਸਲੀ ਗੁਲਾਬ ਬਣ ਗਈ। ਲਾਗੇ ਲਾਗੇ ਪਿੰਡਾਂ ਦੇ ਵਿੱਚ, ਸ਼ਹਿਰਾਂ ਵਿੱਚ ਇਹਨਾਂ ਆਖਿਆ ਮੈਨੂੰ ਵੀ ਦਰਸ਼ਨ ਕਰਾਓ। ਗੁਰਸਿੱਖਾਂ ਆਖਿਆ ਜੀ ਦਰਸ਼ਨ ਤੇ ਹੋ ਜਾਣਗੇ ਪਰ ਦੂਰੋਂ, ਨੇੜੇ ਨਹੀਂ ਆਉਣ ਦਿੰਦੀ ਕਿਸੇ। ਜਾਓਗੇ ਤੇ ਰੋੜੇ ਇੱਟਾਂ ਮਾਰੇਗੀ। ਆਪਣੀ ਮੌਜ ਵਿੱਚ ਰਹਿੰਦੀ, ਆਨੰਦ ਵਿੱਚ ਰਹਿੰਦੀ। ਭਾਈ ਸਾਹਿਬ ਨੂੰ ਗੁਰੂ ਸਾਹਿਬ ਤੇ ਬੜਾ ਭਰੋਸਾ ਸੀ। ਉਹਨਾਂ ਮਹਾਰਾਜ ਅੱਗੇ ਅਰਦਾਸ ਕੀਤੀ, ਮਹਾਰਾਜ ਮੇਰੀ ਇੱਛਾ ਪੂਰੀ ਕਰੋ। ਐਬਟਾਬਾਦ ਤੋਂ ਦੁਖੀ ਹੋ ਕੇ ਉੱਥੇ ਭਗਤ ਬਾਬੂ ਕਹਿਣ ਲੱਗ ਪਏ ਸਾਰੇ ਇਹਨਾਂ ਨੂੰ। ਉੱਥੋਂ ਦੁਖੀ ਹੋ ਕੇ ਜਦੋਂ ਹਰੀਪੁਰ ਨੂੰ ਆਏ ਤਾਂ ਸਿੰਘਾਂ ਨੇ ਆਖਿਆ ਜੀ ਉਹ ਬਾਜ਼ਾਰ ਦੇ ਵਿੱਚ ਸੜਕ ਦੇ ਕੰਢੇ ਤੇ ਕੰਬਲ ਲੈ ਕੇ, ਕੰਬਲ ਦੇ ਵਿੱਚ ਮੂੰਹ ਦੇ ਕੇ ਲੰਮੀ ਪਈ ਹੈ, ਉਹ ਬੀਬੀ ਬ੍ਰਹਮ ਗਿਆਨੀ ਮਾਤਾ ਗੁਲਾਬ ਕੌਰ ਹੈ, ਦਰਸ਼ਨ ਕਰ ਲਓ। ਭਾਈ ਸਾਹਿਬ ਦੇ ਮਨ ਦੇ ਵਿੱਚ ਆਇਆ ਕਿ ਜਿਹੜੇ ਬ੍ਰਹਮ ਗਿਆਨੀ ਸੰਤ ਹੁੰਦੇ ਇਹਨਾਂ ਨੂੰ ਤੇ ਦੱਸਣਾ ਨਹੀਂ ਪੈਂਦਾ। ਚਲੋ ਦੂਰੋਂ ਦਰਸ਼ਨ ਕੀਤੇ, ਪਰ ਉਹਨੇ ਤੇ ਆਪਣਾ ਮੂੰਹ ਕੰਬਲ 'ਚ ਦਿੱਤਾ। ਅਖੀਰ ਸਾਰੇ ਨਿਰਾਸ਼ ਹੋ ਕੇ ਮੁੜਨ ਲੱਗੇ। ਇਹ ਬੀਬੀ ਉੱਠੀ, ਕੰਬਲ 'ਚੋਂ ਮੂੰਹ ਕੱਢਿਆ ਤੇ ਹੱਥ ਜੋੜ ਕੇ ਕਹਿਣ ਲੱਗੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੀ ਬੀਬੀ ਰੋੜੇ ਮਾਰਦੀ ਸੀ ਨਾ, ਉਹਨੇ ਭਾਈ ਸਾਹਿਬ ਨੂੰ ਤੇ ਸਿੰਘਾਂ ਨੂੰ ਲਾਗੇ ਬਿਠਾ ਕੇ ਆਖਿਆ, ਪਰਦੇਸੀਆਂ ਕੀ ਸੇਵਾ ਕਰਾਂ, ਪਰਦੇਸੀਆਂ ਕੀ ਪ੍ਰਾਹੁਣਾਚਾਰੀ ਕਰਾਂ ਤੁਹਾਡੀ। ਤੇ ਕਹਿਣ ਲੱਗੀ ਗੁਰੂ ਨੇ ਚੰਗਾ ਸੋਹਣਾ ਦੀਵਾ ਜਗਾਇਆ ਹੈ। ਭਾਈ ਸਾਹਿਬ ਕਹਿਣ ਲੱਗੇ ਜਗਦਾ ਰਵੇਗਾ? ਕਹਿੰਦੀ ਇਹ ਤੋਂ ਵੀ ਵਧੀਆ ਜਗੇਗਾ, ਬਸ ਮਹਾਰਾਜ ਦਾ ਹੁਕਮ ਮੰਨਿਓ। ਕੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਨਾ ਛੱਡਿਓ ਜਿਹੜੀਆਂ ਮਹਾਰਾਜ ਨੇ ਤੁਹਾਨੂੰ ਲਾਈਆਂ। ਸੋ ਰਹੋ ਵਿਚਾਰ। ਭਾਈ ਸਾਹਿਬ ਕਹਿੰਦੇ ਮੈਂ ਫੇਰ ਦਰਸ਼ਨ ਕਰਾਂ, ਕਹਿੰਦੇ ਨਹੀਂ ਹੁਣ ਨਹੀਂ ਹੋਣੇ। ਉਹ ਗੱਲ ਹੋਈ, ਮਾਈ ਸਰੀਰ ਛੱਡ ਗਈ, ਬਾਅਦ ਚ ਉਹਦੇ ਦਰਸ਼ਨ ਨਾ ਹੋਏ। ਤਾਂ ਮਹਾਰਾਜ ਕਹਿੰਦੇ ਜੇ ਤੇ ਸੱਜਣਾ ਪਤੀ ਰੂਪ ਪਰਮੇਸ਼ਰ ਮਿਲ ਗਿਆ ਤਾਂ ਫਿਰ ਇਹੋ ਜਿਹਾ ਸੁਹਾਗ ਬਣੇਗਾ, ਇਹੋ ਜਿਹਾ ਆਨੰਦ ਬਣੇਗਾ, ਇਹੋ ਜਿਹਾ ਰਸ ਬਣੇਗਾ ਕਿ ਨਾ ਪਤੀ ਰੂਪ ਪਰਮੇਸ਼ਰ ਮਰੇ ਤੇ ਨਾ ਹੀ ਕਦੀ ਉਹਦੇ ਵਿਛੋੜੇ ਦਾ ਦੁੱਖ ਤੈਨੂੰ ਲੱਗੇ, ਤੇ ਸਦਾ ਆਨੰਦ ਬਣਿਆ ਰਹੇਗਾ। ਨਾਨਕ ਹਰ ਪ੍ਰਭ ਮੇਲ ਲਈ, ਗੁਰ ਕੈ ਹੇਤ ਪਿਆਰ। ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਜੀ ਨੇ ਆਪਣੇ ਨਾਲ ਮੇਲ ਲਿਆ। ਮੇਲਿਆ ਕਿਉਂ? ਕਿਉਂਕਿ ਉਹਨਾਂ ਦਾ ਗੁਰੂ ਦੇ ਹੇਤ ਪਿਆਰ ਸੀ, ਉਹਨਾਂ ਦਾ ਪਿਆਰ ਗੁਰੂ ਨਾਲ ਸੀ, ਉਹਨਾਂ ਦਾ ਪਿਆਰ ਗੁਰੂ ਵਾਸਤੇ ਸੀ। ਇਸ ਕਰਕੇ ਵਾਹਿਗੁਰੂ ਜੀ ਨੇ ਤਰਸ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲਿਆ। ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ, ਤੇ ਨਰ ਬੁਰਿਆਰੀ। ਜਿਨ੍ਹਾਂ ਭਾਈ ਆਪਣੇ ਗੁਰੂ ਨੂੰ ਲੁਕੋ ਲਿਆ। ਅੱਜ ਸਾਡੇ ਬੱਚੇ ਗੁਰੂ ਨੂੰ ਲੁਕਾਉਂਦੇ ਆ ਨਾ, ਅਸੀਂ ਨਹੀਂ ਜੀ ਸਿੱਖ, ਅਸੀਂ ਨਹੀਂ ਜੀ ਅੰਮ੍ਰਿਤ ਛਕਿਆ, ਬੇਇੱਜ਼ਤੀ ਮਹਿਸੂਸ ਕਰਦੇ ਨੇ, ਸ਼ਰਮ ਮਹਿਸੂਸ ਕਰਦੇ ਨੇ ਸਾਡੇ ਭੈਣ ਭਰਾ। ਮਹਾਰਾਜ ਕਹਿੰਦੇ ਜਿਨ੍ਹਾਂ ਆਪਣੇ ਗੁਰੂ ਨੂੰ ਲੁਕੋ ਲਿਆ, ਉਹ ਸੱਜਣ ਬੁਰਿਆਂ ਤੋਂ ਵੀ ਬੁਰਾ ਹੈ, ਉਹ ਸੱਜਣ ਮਾੜਿਆਂ ਤੋਂ ਵੀ ਮਾੜਾ ਹੈ। ਹਰ ਜੀਉ ਤਿਨ ਕਾ ਦਰਸ਼ਨ ਨਾ ਕਰੋ,
ਪਾਪਿਸ਼ਟ ਹਤਿਆਰੀ। ਇਹ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੀ, ਜਿਨ੍ਹਾਂ ਕਲਗੀਧਰ ਵਰਗੇ ਗੁਰੂ ਨੂੰ ਲੁਕੋ ਲਿਆ, ਜਿਹੜੇ ਸਿੱਖੀ ਨਹੀਂ ਰੱਖਦੇ, ਕੇਸ ਨਹੀਂ ਰੱਖਦੇ, ਮਰਿਆਦਾ ਨਹੀਂ ਰੱਖਦੇ, ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ। ਮੇਰੇ ਤੇ ਮਹਾਰਾਜ ਜੀ ਕਿਰਪਾ ਕਰਿਓ, ਮੇਰੇ ਮੱਥੇ ਹੀ ਨਾ ਲੱਗਣ ਸਾਰੀ ਉਮਰ। ਉਹ ਪਾਪਿਸਟ ਨੇ। ਇਸ਼ਟ ਕਹਿੰਦੇ ਪਿਆਰੇ ਨੂੰ, ਪਾਪ ਕਹਿੰਦੇ ਪਾਪੀ ਨੂੰ। ਉਹਨਾਂ ਨੂੰ ਪਾਪ ਬਹੁਤ ਪਿਆਰਾ ਹੈ ਤੇ ਉਹ ਸਰੀਰ ਕਰਕੇ ਵੀ ਹਥਿਆਰੇ ਨੇ, ਸਰੀਰ ਕਰਕੇ ਵੀ ਹੱਤਿਆ ਕਰਦੇ ਨੇ। ਸ਼੍ਰੀਮਾਨ ਭਾਈ ਅੱਡਣ ਸਾਹਿਬ ਦੀ ਬੜੀ ਸੁੰਦਰ ਗਾਥਾ ਆਉਂਦੀ ਹੈ, ਆਪ ਜੀ ਨੇ ਸ਼ਰਵਣ ਕੀਤੀ ਹੋਵੇਗੀ। ਲਾਹੌਰ ਇੱਕ ਪੀਰ ਸੀ ਬਾਦਸ਼ਾਹ ਦਾ, ਉਹਨੂੰ ਪਤਾ ਲੱਗਾ ਭਾਈ ਅੱਡਣ ਸਾਹਿਬ ਅੱਲਾ ਦਾ ਪਿਆਰਾ ਹੈ ਤੇ ਰੱਬ ਦੇ ਪਿਆਰੇ ਦੇ ਦਰਸ਼ਨ ਕਰਨੇ ਚਾਹੀਦੇ ਹਨ। ਉਹ ਭਾਵਨਾ ਲੈ ਕੇ ਉਹਨਾਂ ਦੇ ਦਰਸ਼ਨ ਕਰਨ ਚੱਲਿਆ। ਜਾਣੀ ਜਾਣ ਭਾਈ ਅੱਡਣ ਸਾਹਿਬ ਨੇ ਸੋਚਿਆ ਬਾਦਸ਼ਾਹ ਦਾ ਪੀਰ ਆ। ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਵੀ ਮੇਰਾ ਪੀਰ ਕਿਸੇ ਹੋਰ ਪੀਰ ਦੇ ਦਰਸ਼ਨ ਕਰਨ ਗਿਆ, ਬਾਦਸ਼ਾਹ ਮੇਰੇ ਦਰਸ਼ਨ ਕਰਨ ਆਊਗਾ। ਜਦੋਂ ਬਾਦਸ਼ਾਹ ਦੇ ਮੰਤਰੀਆਂ ਨੂੰ ਪਤਾ ਲੱਗਾ ਵੀ ਸਾਡਾ ਬਾਦਸ਼ਾਹ ਫਲਾਣੇ ਪੀਰ ਨੂੰ ਮੰਨਦਾ, ਉਹ ਮੰਤਰੀ ਸੰਤਰੀ ਮੇਰੇ ਕੋਲੇ ਆਉਣਗੇ। ਜਦੋਂ ਮੰਤਰੀ ਸੰਤਰੀ ਮੇਰੇ ਕੋਲੇ ਆਉਣਗੇ, ਫਿਰ ਕੋਈ ਕਹੂਗਾ ਮੇਰਾ ਖੂਹ ਲਵਾ ਦੇ, ਕੋਈ ਕਹੂਗਾ ਮੇਰੀ ਨੌਕਰੀ ਲਵਾ ਦੇ, ਕੋਈ ਕਹੂਗਾ ਮੇਰਾ ਆਹ ਕੰਮ ਕਰਾ ਦੇ। ਫੇਰ ਤੇ ਹੋ ਗਈ ਭਗਤੀ। ਤਾਂ ਭਾਈ ਅੱਡਣ ਸਾਹਿਬ ਨੇ ਸੋਚਿਆ ਛੱਡੋ ਖਹਿੜਾ, ਪੀਰ ਨੂੰ ਆਪ ਹੀ ਮਿਲਾਓ। ਸਵੇਰੇ ਉੱਠ ਕੇ ਤੁਰ ਪਏ। ਉਧਰੋਂ ਪੀਰ ਪਾਲਕੀ ਤੇ ਚੜ ਕੇ ਚੇਲਿਆਂ ਨਾਲ ਤੁਰਨ ਹੀ ਲੱਗਾ ਸੀ ਤਾਂ ਸੇਵਕਾਂ ਨੇ ਆਖਿਆ ਜੀ ਜਿਸ ਭਾਈ ਅੱਡਣ ਦੇ ਦਰਸ਼ਨ ਕਰਨ ਚੱਲੇ ਉਹ ਸਾਹਮਣੇ ਤੁਰਿਆ ਆਉਂਦਾ। ਆਪਸ ਵਿੱਚ ਦਰਸ਼ਨ ਹੋਏ, ਬਚਨ ਬਲਾਸ ਹੋਏ, ਦਸਤਪੋਸ਼ੀ ਹੋਈ। ਇੰਨੇ ਚਿਰ ਨੂੰ ਬਾਦਸ਼ਾਹ ਵੀ ਆ ਗਿਆ। ਬਾਦਸ਼ਾਹ ਨੇ ਜਦੋਂ ਭਾਈ ਅੱਡਣ ਦੇ ਸਿਰ ਤੇ ਕੇਸ, ਚਿਹਰੇ ਤੇ ਦੁੱਧ ਵਰਗਾ ਚਾਂਦੀ ਵਰਗਾ ਦਾੜਾ ਵੇਖਿਆ ਨਾ, ਅੱਗ ਲੱਗ ਗਈ ਸੱਤੀ ਕੱਪੜੀ। ਕਹਿੰਦਾ ਇਹ ਮਰੇਲੇ ਗੁਰੂ ਦਾ ਸਿੱਖ ਹੈ। ਮਰੇਲਾ ਮੁਸਲਮਾਨ ਕਿਹਨੂੰ ਕਹਿੰਦੇ ਸੀ? ਗੁਰੂ ਗੋਬਿੰਦ ਸਿੰਘ ਜੀ। ਚਿੜ ਕੇ ਮਰੇਲੇ ਗੁਰੂ ਦਾ ਸਿੱਖ ਹੈ। ਫਕੀਰ ਕਹਿੰਦਾ ਨਹੀਂ ਜੀ, ਇਹ ਗੁਰੂ ਨਾਨਕ ਪੀਰ ਦਾ ਸਿੱਖ ਹੈ। ਭਾਈ ਅੱਡਣ ਸਾਹਿਬ ਵੀਰ ਰਸ ਚ ਆ ਕੇ ਕਹਿਣ ਲੱਗੇ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਮਰੇਲੇ ਦਾ ਸਿੱਖ। ਚਲੋ ਬਾਦਸ਼ਾਹ ਉੱਤੇ ਸੱਚ ਦਾ ਅਸਰ ਪਿਆ। ਏਡਾ ਜ਼ਾਲਮ ਬਾਦਸ਼ਾਹ ਸੀ ਕਿ ਜਿਸ ਸਿੱਖ ਦੇ ਸਿਰ ਤੇ ਕੇਸ ਹੁੰਦੇ ਉਹਦਾ ਸਿਰ ਵੱਢਣ ਵਾਲੇ ਨੂੰ 5 ਰੁਪਏ ਇਨਾਮ ਦਿੰਦਾ ਸੀ। ਚਲੇ ਗਿਆ। ਪੀਰ ਨੇ ਆਖਿਆ ਮਹਾਰਾਜ ਮੈਂ ਤਾਂ ਆਖਿਆ ਸੀ ਵੀ ਹੰਕਾਰੀ ਹੈ, ਜੇ ਇਹਨੂੰ ਪਤਾ ਲੱਗਾ 10ਵੇਂ ਪਾਤਸ਼ਾਹ ਦੇ ਸਿੱਖੋਂ ਮਰਵਾ ਦੇਵੇਗਾ ਤੁਹਾਨੂੰ। ਮੈਂ ਤਾਂ ਜਾਨ ਬਚਾਉਣ ਵਾਸਤੇ ਆਖਿਆ ਸੀ। ਭਾਈ ਅੱਡਣ ਸਾਹਿਬ ਕਹਿਣ ਲੱਗੇ ਨਹੀਂ, ਜਾਨ ਬਚਾਉਣ ਵਾਸਤੇ ਗੁਰੂ ਲੁਕਾਉਣਾ ਚੰਗਾ ਨਹੀਂ, ਨਾਲੇ 10ਵੇਂ ਪਾਤਸ਼ਾਹ ਵਰਗਾ। ਕਈ ਸੰਤ ਹੁੰਦੇ ਨੇ ਜਿਹੜੇ ਨਦੀ 'ਚ ਵੜੇ ਹੀ ਨੇ, ਉਹ ਤੇ ਸੁੱਕੇ ਦੇ ਸੁੱਕੇ ਨਿਕਲ। ਤੇ ਜਿਹੜੇ ਮਹਾਂਪੁਰਸ਼ ਸਾਉਣ ਦਾ ਮਹੀਨਾ ਹੋਵੇ, ਝੜੀ ਲੱਗੀ ਹੋਵੇ ਤੇ ਨਦੀ 'ਚ ਵੜ ਜਾਣ ਤੇ ਫੇਰ ਸੁੱਕੇ ਦੇ ਸੁੱਕੇ ਨਿਕਲਣ, ਉਹਨਾਂ ਨੂੰ ਮੈਂ ਕਿੱਦਾਂ ਛੱਡਾਂ? ਕਹਿੰਦੇ ਕੀ? ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਐਸੇ ਮਹਾਂਪੁਰਸ਼ ਨੇ, ਮਾਇਆ ਰੂਪ ਨਦੀ 'ਚ ਵੜੇ, ਵਿਆਹ ਵੀ ਹੋਏ, ਪਾਤਸ਼ਾਹੀ ਵੀ ਭੋਗੀ, ਫੌਜਾਂ ਰੱਖੀਆਂ, ਜੰਗ ਲੜੇ, ਪਰ ਫੇਰ ਵੀ ਬੱਚੇ ਵੀ ਸ਼ਹੀਦ ਹੋ ਗਏ, ਪਰ ਮਨ ਉੱਤੇ ਮਾਇਆ ਦਾ ਅਸਰ ਨਹੀਂ ਪਿਆ। ਐਸੇ ਗੁਰੂ ਨੂੰ ਕਿੱਦਾਂ ਲੁਕੋ ਲਵਾਂ ਮੈਂ ਭਾਈ? ਤਤ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ? ਭਾਈ ਜਿਹੜਾ ਆਪਣੇ ਗੁਰੂ ਨੂੰ ਲੁਕੋਵੇ ਉਹਦੇ ਤੋਂ ਮਾੜਾ ਬੰਦਾ ਕੋਈ ਵੀ ਦੁਨੀਆ 'ਚ ਨਹੀਂ ਹੋ ਸਕਦਾ। ਉਹੇ ਘਰ ਘਰ ਫਿਰੈ ਕਸੁੱਧ ਮਨ, ਜਿਉ ਤਰ ਕਟ ਨਾਰੀ। ਉਹ ਘਰ ਘਰ ਦੇ ਵਿੱਚ ਧੱਕੇ ਖਾਂਦੇ ਫਿਰਦੇ ਨੇ, ਜਿਵੇਂ ਆਸਰੇ ਤੋਂ ਬਿਨਾ, ਪਤੀ ਰੂਪ ਆਸਰੇ ਤੋਂ ਬਿਨਾ ਵੇਸਵਾ ਘਰ ਘਰ ਦੇ ਵਿੱਚ ਆਪਣਾ ਤਨ ਵੇਚਦੀ ਫਿਰਦੀ ਹੈ। ਵੱਡ ਭਾਗੀ ਸੰਗਤ ਮਿਲੇ, ਗੁਰਮੁਖ ਸਵਾਰੀ। ਪਰ ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਸੰਗਤ ਮਿਲ ਜਾਵੇ, ਉਹਨਾਂ ਨੂੰ ਮੁਖੀ ਗੁਰੂ ਆਪਣੇ ਸ਼ਬਦ ਦੇ ਨਾਲ ਸਵਾਰ ਦਿੰਦੇ ਹਨ। ਹਰ ਮੇਲੋ ਸਤਿਗੁਰ ਦਇਆ ਕਰ,
ਗੁਰ ਕਉ ਬਲਿਹਾਰੀ। ਇਸ ਕਰਕੇ ਸੱਚੇ ਪਾਤਸ਼ਾਹ ਅਰਦਾਸ ਕਰਦੇ ਨੇ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਦਇਆ ਕਰਕੇ ਤਰਸ ਕਰਕੇ ਸਾਨੂੰ ਸਤਿਗੁਰਾਂ ਦੇ ਨਾਲ ਮੇਲ ਦਿਓ, ਜਿਸ ਕਰਕੇ ਸਤਿਗੁਰੂ ਸਾਡਾ ਜੀਵਨ ਸਵਾਰ ਦੇਣ। ਐਸੇ ਗੁਰਾਂ ਤੋਂ ਅਸੀਂ ਬਲਹਾਰ ਜਾਈਏ, ਕੁਰਬਾਨ ਜਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਜਿੱਥੇ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ, ਤਿਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ। ਆਓ ਕਥਾ ਵਿਚਾਰ ਦੀ ਸਮਾਪਤੀ ਕਰੀਏ। ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ। ਹਰ ਮੇਲੋ ਸਤਿਗੁਰ ਦਇਆ ਕਰ, ਗੁਰ ਕਉ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।